ਮਿੱਤਰਾਂ ਪਿਆਰਿਆਂ ਨੂੰ, ਚੰਦ ਤੇ ਸਿਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ, ਹਾਏ ਤੇ ਨਾਲ ਦੀ ਨਾਲ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਮੂਹ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਨਿੱਘਾ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅੱਜ ਦਾ ਰਿਕਾਰਡਡ ਹੋਏਗਾ ਜੀ। ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ ਬਹੁਤ ਵਧੀਆ ਤੇ ਕਾਲਾਂ ਦਾ ਸਿਲਸਿਲਾ ਨਹੀਂ ਹੋਏਗਾ। ਅਸੀਂ ਗਾਹੇ ਵਗਾਹੇ ਦੁਨੀਆ ਦੇ ਹਰ ਕੋਨੇ 'ਚ ਪਹੁੰਚਣ ਦੀ ਕੋਸ਼ਿਸ਼ ਕਰੀਦੀ ਆ, ਹਰ ਕੋਨੇ ਤੋਂ ਪ੍ਰੋਗਰਾਮ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਆ। ਅਤੇ ਕਈ ਵਾਰੀ ਫਿਰ ਅਸੀਂ ਆਸਟ੍ਰੇਲੀਆ ਜਾਈਦਾ ਅਤੇ ਆਸਟ੍ਰੇਲੀਆ ਦੇ ਵਿੱਚ ਉੱਥੋਂ ਦਾ ਹਾਲ ਚਾਲ ਜਾਣਨ ਵਾਸਤੇ ਸਾਡੇ ਮਿੱਤਰ ਉੱਥੇ ਹੈਗੇ ਨੇ, ਉਹਨਾਂ ਨਾਲ ਗੱਲ ਕਰੀਦੀ ਆ। ਪਰ ਚੰਗੀ ਗੱਲ ਇਹ ਹੈ ਕਿ ਤੁਸੀਂ ਫਿਰ ਉਸ ਪ੍ਰੋਗਰਾਮ ਦਾ ਵੀ ਬਾਅਦ ਦੇ ਵਿੱਚ ਰਿਸਪੌਂਸ ਦਿੰਦੇ ਹੋ, ਫੀਡਬੈਕ ਦਿੰਦੇ ਹੋ ਕਾਲਾਂ ਕਰਕੇ ਲਾਈਵ ਦੇ ਵਿੱਚ ਵੀ ਆਹ ਗੱਲ ਕਹੀ ਸੀ। ਕਈ ਵਾਰ ਤਾਂ ਇਹ ਵੀ ਸਾਡੇ ਦਰਸ਼ਕ ਕਹਿ ਦਿੰਦੇ ਨੇ ਵੀ ਮੁੰਡਾ ਹਜੇ ਜੋ ਮਤਲਬ ਵਾਲਾ ਸਿਆਣਾ ਨਹੀਂ ਲੱਗਦਾ ਉਮਰ ਦੇ ਵਿੱਚ, ਪਰ ਗੱਲਾਂ ਬੜੀਆਂ ਸਿਆਣੀਆਂ ਕਰਦਾ। ਚਲੋ ਜੀ, ਗੱਲਾਂ ਨਾਲ ਮੇਰੇ ਖਿਆਲ ਉਮਰ ਦਾ ਕੋਈ ਬਾਹਲਾ ਲੈਣਾ ਦੇਣਾ ਨਹੀਂ ਹੈ। ਗੱਲਾਂ ਸਿਆਣੀਆਂ ਤਾਂ ਹੀ ਹੋਣੀਆਂ ਜੇ ਅਸੀਂ ਵੱਧ ਤੋਂ ਵੱਧ ਪੜ੍ਹਾਂਗੇ, ਵੱਧ ਤੋਂ ਵੱਧ ਸਾਹਿਤ ਪੜ੍ਹਾਂਗੇ, ਵੱਧ ਤੋਂ ਵੱਧ ਲੋਕਾਂ ਨੂੰ ਮਿਲਾਂਗੇ। ਸੋ ਰੋਬੀ ਬੈਨੀਪਾਲ ਜੀ ਸਾਡੇ ਰਾਬਤਾ ਮੀਡੀਆ ਐਡੀਲੇਡ ਦੇ ਵਿੱਚ ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨਾਲ ਅੱਜ ਦਾ ਪ੍ਰੋਗਰਾਮ ਤੁਹਾਡੇ ਰੂਬਰੂ ਕਰਾਂਗੇ। ਉਮੀਦ ਕਰਦੇ ਹਾਂ ਬਹੁਤ ਪਸੰਦ ਆਏਗਾ ਜੀ। ਰੋਬੀ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਦੀ ਧਰਤੀ ਵੱਲੋਂ ਛਿਪਦੀ ਦੀ ਧਰਤੀ ਦਾ ਜਿਹੜਾ ਕਨੈਕਸ਼ਨ ਆ, ਰਾਬਤਾ ਤੁਸੀਂ ਬਣਾਉਂਦੇ ਹੋਗੇ ਜਦੋਂ ਆਪਾਂ ਪ੍ਰੋਗਰਾਮ ਦੇ ਵਿੱਚ ਇਕੱਠੇ ਹੁੰਦੇ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਿਲਕੁਲ ਜੀ, ਆਪਣੇ ਪਹਿਲਾਂ ਪੰਜਾਬ ਸੁਣਦੇ ਹੁੰਦੇ ਸੀ ਵੀ ਇਹ ਚੜ੍ਹਦਾ ਪੰਜਾਬ ਆ ਤੇ ਲਹਿੰਦਾ ਪੰਜਾਬ ਆ, ਪਰ ਉਹ ਨਾਲ ਨਾਲ ਹੈਗੇ ਨੇ ਦੋਨੋਂ। ਤੇ ਇਹ ਬਿਲਕੁਲ ਹੀ ਧਰਤੀ ਦਾ ਦੂਜਾ ਕੋਣਾ ਤੇ ਇੱਧਰੋਂ ਸਾਡੇ ਵਾਲਾ ਬਿਲਕੁਲ ਦੂਜਾ ਕੋਣਾ। ਖਿਆਲ ਇਦੋਂ ਗਾਂ ਫਿਰ ਉਹੀ ਸ਼ੁਰੂ ਹੋ ਜਾਂਦਾ ਕੰਮ। ਸੋ ਆਸਟ੍ਰੇਲੀਆ ਦੇ ਵਿੱਚ ਤੁਸੀਂ ਰਹਿੰਦੇ ਹੋ। ਪਹਿਲਾਂ ਤਾਂ ਆਪਾਂ ਤਾਜ਼ਾ ਕਰ ਲਈਏ ਖਬਰਸਾਰ ਆਸਟ੍ਰੇਲੀਆ ਦੀ ਗੱਲਬਾਤ ਸਾਡੇ ਦਰਸ਼ਕਾਂ ਨਾਲ, ਤਾਂ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ। ਸਵੇਰ ਦੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਖਬਰ ਨੇ ਟੱਚ ਕੀਤਾ ਉਹ ਇਹ ਆ ਕਿ ਇੱਥੇ ਜਿਹੜੀ ਸਵੇਰੇ ਖਬਰ ਆਈ ਸੀ, ਮੋਰ ਦੈਨ 10 ਜਿਹੜੇ ਪੋਲੀਟੀਸ਼ੀਅਨਸ ਨੇਗੇ, ਜਿਨ੍ਹਾਂ ਦੇ ਵਿੱਚੋਂ ਗ੍ਰੈਗ ਨਾਮ ਦਾ ਜਿਹੜਾ ਹੈਲਥ ਮਿਨਿਸਟਰ ਹੈਗਾ, ਉਹਨਾਂ ਨੇ ਆਪਣੀ ਜਿਹੜੀ ਰਾਜਨੀਤਿਕ ਕਰੀਅਰ ਆ ਉਹਦੇ ਵਿੱਚੋਂ ਸੰਨਿਆਸ ਲੈਣ ਦੀ ਜਿਹੜੀ ਘੋਸ਼ਣਾ ਕਰ ਦਿੱਤੀ ਆ। ਅੱਛਾ। ਤੇ ਉਹਨਾਂ ਦੀ ਜਿਹੜੀ ਉਮਰ ਆ ਜੇ ਅੱਧਖੜ ਉਮਰ ਦੇ ਹੀ ਨੇ ਉਹ। ਤੇ ਉਹ ਮੈਂ ਉਦੋਂ ਮੁੜ ਕੇ ਆਪਣੀ ਫੇਸਬੁੱਕ ਤੇ ਵੀ ਅਪਡੇਟ ਕੀਤਾ ਸੀਗਾ, ਕੁਛ ਏਦਾਂ ਦਾ ਪਿੰਚ ਚੁੰਡੀ ਵੱਢਣ ਵਾਲੀ ਗੱਲ ਆ ਕਿ ਮਾਈਂਡ ਸੈਟ ਲੋਕਾਂ ਦਾ ਕਿਸ ਤਰ੍ਹਾਂ, ਕਿ ਉਹ ਹਰ ਚੀਜ਼ ਨੂੰ ਕਿੱਦਾਂ ਬੈਲੈਂਸ ਕਰਦੇ ਨੇਗੇ। ਸੋ ਇੱਕਦਮ ਜ਼ਿਆਦਾ ਨੰਬਰਸ ਨੇ। ਜਦੋਂ ਇਹ ਕਹਿ ਦੇਣਾ ਕਿ ਅਸੀਂ ਪੋਲੀਟਿਕਸ ਚੋਂ ਬਾਹਰ ਜਾ ਰਹੇ ਹਾਂ, ਤਾਂ ਉਹ ਕਿਤੇ ਨਾ ਕਿਤੇ ਜਿੱਦਾਂ ਅਸੀਂ ਸੋਚਦੇ ਹਾਂ ਐਜ਼ ਇੰਡੀਅਨ ਕਿ ਯਾਰ ਕੋਈ ਅੰਦਰ ਕੋਈ ਉਹਨਾਂ ਦੀ ਗੜਬੜ ਚੱਲ ਰਹੀ ਹੋਣੀ ਪਾਰਟੀ ਦੇ ਵਿੱਚ, ਪਰ ਉਹ ਸੁਭਾਵਿਕ ਵੀ ਹੈ ਕਿ ਇੱਥੇ ਲੋਕ ਆ ਜਿਹੜੇ ਪੋਲੀਟੀਸ਼ੀਅਨਸ ਨੇ ਵਿਦੇਸ਼ ਦੇ ਵਿੱਚ, ਜਦੋਂ ਉਹਨਾਂ ਦੀ ਇੱਕ ਏਜ ਜਾਂ ਇੱਕ ਕੰਮ ਜਿਹੜੀ ਡਿਊਟੀ ਆ ਉਹ ਪੂਰੀ ਹੋ ਜਾਂਦੀ ਹੈ, ਜਿਸ ਮਕਸਦ ਲਈ ਉਹ ਆਏ ਹੁੰਦੇ ਨੇ, ਤਾਂ ਉਹ ਸਟੈਪ ਆਊਟ ਕਰ ਜਾਂਦੇ ਨੇ ਤਾਂ ਜੋ ਦੂਸਰਿਆਂ ਨੂੰ ਸਪੇਸ ਮਿਲ ਜਾਵੇ। ਤੇ ਦੂਜੇ ਪਾਸੇ ਜਦੋਂ ਅਸੀਂ ਪੰਜਾਬ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਤਾਂ ਸਾਨੂੰ ਹੁਣ ਪਤਾ ਹੀ ਹੈਗਾ, ਬਹੁਤ ਸਾਰੀਆਂ ਗੱਲਾਂ ਕਹਿਣ ਦੀ ਲੋੜ ਨਹੀਂ ਹੈ। ਉੱਥੇ ਤਾਂ ਕਈ ਸਪੇਸ ਬਣਦੀ ਵੀ ਹੋਵੇ ਬੰਦਿਆਂ ਦਾ, ਵਸ ਚੱਲੇ ਉੱਥੇ ਲੀਡਰਾਂ ਦਾ, ਤਾਂ ਉਹ ਤਾਂ ਜੇ ਮਰਨ ਤੋਂ ਬਾਅਦ ਵੀ ਸਪੇਸ ਨਾ ਛੱਡਣ ਜੇ ਕੋਈ ਹਿਸਾਬ ਕਿਤਾਬ ਬਣਦਾ ਹੋਵੇ। ਤੇ ਆਪਣੇ ਚਲੋ ਇਹਦੀ ਪਹਿਲਾਂ ਹੁਣ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਰਾਜਨੀਤੀ ਦੀ। ਰਾਜਨੀਤੀ ਦਾ ਹਾਲ ਆਪਾਂ ਦੇਖਿਆ ਹੀ ਆ। ਕੈਪਟਨ ਸਾਹਿਬ ਚੰਗੇ ਭਲੇ ਕਾਂਗਰਸ ਨੂੰ ਅੱਗੇ ਹੋਰ ਲਿਆ ਸਕਦੇ ਸੀ ਵਧੀਆ ਤਰੀਕੇ ਨਾਲ, ਤੇ ਪਰ ਆਪੋ ਆਪਣੇ ਲਾਲਚ ਦੇ ਨਾਲ ਤੇ ਉਹਨਾਂ ਨੇ ਛੱਡ ਕੇ ਤੇ ਹੁਣ ਕਹਿੰਦੇ ਜੀ BJP ਕਰਨੀ ਹੈ। ਚਲੋ ਇੰਡੀਆ ਦੀ ਪੋਲੀਟਿਕਸ ਤੇ ਇੱਧਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇੱਧਰ ਤੁਸੀਂ ਦੱਸਿਆ ਵੀ ਉਹਨੇ ਅੱਧਖੜ ਉਮਰ ਦੇ ਵਿੱਚ ਸੰਨਿਆਸ ਲੈ ਲਿਆ ਪੋਲੀਟਿਕਸ ਦੇ ਵਿੱਚੋਂ, ਤੇ ਆਪਣੇ ਜਿਹੜੀ ਹੈ ਤਕਰੀਬਨ ਸ਼ੁਰੂ ਪੋਲੀਟਿਕਸ 60-70 ਸਾਲ ਤੋਂ ਬਾਅਦ ਹੁੰਦੀ ਹੈ ਵੀ ਚੱਲ ਹੁਣ ਬੁੜਾ ਵਿਹਲਾ ਹੋ ਗਿਆ, ਵੋਟਾਂ 'ਚ ਖੜਾ ਦਿਓ, ਜਿੱਤ ਜਾਊਗਾ, ਸਾਰੇ ਟੱਬਰ ਦਾ ਕੰਮ ਸੂਤ ਆਜੂ ਆਪਣੇ। ਇਹ ਤੇ ਦੂਜਾ ਜਿਹੜਾ ਅਸੀਂ ਜਾਣਨਾ ਚਾਹੁੰਦੇ ਹਾਂ ਜੀ ਵੀ ਆਹ ਹੁਣ ਰੌਲਾ ਜਿਹਾ ਫੇਰ ਪਿਆ ਜਿਹੜਾ ਓਮੀਕਰੋਨ, ਮਤਲਬ ਨਾਮ ਹੀ ਇੱਕ ਤਾਂ ਪਤਾ ਨਹੀਂ ਕਿੱਥੋਂ ਲੱਭਦੇ ਇਹ ਆਪਣੇ ਕਰੋਨਾ ਵਾਲੇ। ਓਮੀਕਰੋਨ ਜਿੱਦਾਂ ਦੁਨੀਆ ਦੇ ਵਿੱਚ ਇਸਨੇ ਹਲਚਲ ਮਚਾਈ ਹੈ, ਤੇ ਆਸਟ੍ਰੇਲੀਆ ਦੀ ਇੱਕ ਬਿਹੇਵੀਅਰ, ਜਿੱਦਾਂ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਹਾਂ, ਆਸਟ੍ਰੇਲੀਅਨਸ ਦਾ ਜਿਹੜਾ ਬਿਹੇਵੀਅਰ ਹੈ ਨਾ, ਉਹ ਕੁਇਕ ਐਕਸ਼ਨ ਦਾ, ਚਾਹੇ ਉਹ ਵੀਜ਼ਾ ਕਲਾਸ ਦੇ ਵਿੱਚ ਚੇਂਜ ਕਰਨੀ ਹੋਵੇ, ਚਾਹੇ ਉਹ ਇੱਕਦਮ ਰਿਸਟ੍ਰਿਕਸ਼ਨਸ ਲਾਉਣੀਆਂ ਹੋਣ, ਤਾਂ ਇਹਨਾਂ ਨੂੰ ਇਹ ਹੁੰਦਾ ਕਿ ਸਭ ਤੋਂ ਪਹਿਲਾਂ ਅਸੀਂ ਲਾਈਏ, ਸਵੇਰ ਨੂੰ ਮਤਲਬ ਖਬਰ ਬਦਲੀ ਹੁੰਦੀ ਹੈ। ਔਰ ਉਹ ਜਿਹੜੀ ਡਿਸੀਜ਼ਨ ਮੇਕਿੰਗ ਆ ਗਈ ਨਾ, ਜਿਹੜੀ ਡੈਮੋਕ੍ਰੇਟਿਕ ਮੁਲਕ ਆ ਜਿਹੜਾ, ਉਹਦੇ ਵਿੱਚ ਇੰਨੀ ਕੁਇਕਲੀ ਡਿਸੀਜ਼ਨ ਮੇਕਿੰਗ ਹੋ ਜਾਣੀ, ਉਹ ਕਿਤੇ ਨਾ ਕਿਤੇ ਹੈਰਾਨ ਤਾਂ ਕਰਦਾ। ਪਰ ਦੂਜੇ ਪਾਸੇ ਜਿਹੜੀਆਂ ਓਪੋਜੀਸ਼ਨ ਪਾਰਟੀ ਆ ਜਿਹੜੀ ਬੈਠੀ ਆ, ਤਾਂ ਉਹਨਾਂ ਦੀ ਜਿਹੜੀ ਇੱਕ ਲੈਵਲ ਤੇ ਕੋਆਰਡੀਨੇਸ਼ਨ ਆ, ਉਹ ਜਦੋਂ ਅਸੀਂ ਪੋਜ਼ਿਟਿਵਲੀ ਦੇਖੀਏ ਤਾਂ ਉਹ ਬੜੀ ਮਤਲਬ ਯੂਨੀਕ ਔਰ ਗੁੱਡ ਆ ਜੀ। ਕਿ ਚਾਹੇ ਤੁਸੀਂ ਲਿਬਰਲ ਨੇ ਡਿਸੀਜਨ ਲੈਤਾ ਤਾਂ ਲੇਬਰ ਨੇ ਲੈਤਾ, ਜਦੋਂ ਹੈਲਥ ਦੀ ਗੱਲ ਆ, ਜਦੋਂ ਕੰਟਰੀ ਦੀ ਗੱਲ ਆ, ਡਿਫੈਂਸ ਦੀ ਗੱਲ ਆ, ਤਾਂ ਉੱਥੇ ਉਹ ਆਪਣੀਆਂ ਪਾਰਟੀਆਂ ਦੇ ਜਿਹੜੇ ਮੰਤਵ ਨੇ ਉਹਨਾਂ ਨੂੰ ਵਿੱਚ ਨਹੀਂ ਲੈ ਕੇ ਆਉਂਦੇ। ਉਹ ਕਹਿੰਦੇ ਯੂ ਟੇਕਨ ਦੈਟ ਡਿਸੀਜਨ, ਦੈਟਸ ਵੀ ਆਰ ਸਟੈਂਡਿੰਗ ਵਿਦ ਯੂ, ਸਿੰਪਲ, ਬਾਅਦ ਦੇ ਵਿੱਚ ਚਾਹੇ ਕੋਈ ਉਹ ਉੱਥੇ ਰੋੜਾ ਨਹੀਂ ਡਾਉਂਦੇ।
ਮੈਨੂੰ ਲੱਗਦਾ ਵੀ ਦੁਨੀਆ ਦੀ ਹੋਰ ਕਿਸੇ ਕੰਟਰੀ ਦੇ ਵਿੱਚ ਇੰਨੀ ਕੁਇਕਲੀ ਜਿਹੜੇ ਡਿਸੀਜਨ ਨੇ, ਜਿੱਥੇ ਪੂਰੇ ਨੇਸ਼ਨ ਨੂੰ ਜਾਂ ਪੂਰੀ ਹੈਲਥ ਨੂੰ ਚੈਲੰਜ ਹੁੰਦਾ, ਨਹੀਂ ਲੈਤੇ ਜਾਂਦੇ ਜਿਸ ਤਰੀਕੇ ਨਾਲ ਇੱਥੇ ਲੈਂਦੇ ਨੇ। ਇਹਨਾਂ ਨੇ ਵੀ ਅਫਰੀਕਾ ਦੇ ਵਿੱਚੋਂ ਆਉਣੀਆਂ ਜਿਹੜੀਆਂ ਫਲਾਈਟ ਸੀਗੀਆਂ, ਜਦੋਂ ਉਹਦੀ ਨਿਊਜ਼ ਆਈ ਤਾਂ ਦੂਜੇ ਦਿਨ ਸਵੇਰ ਨੂੰ ਉਹ ਉਹਨਾਂ ਦੇ ਜਿਹੜੀ ਰਿਜ਼ਿਊਮ ਕੀਤੀ ਸੀਗੀ ਉਹ ਨਾਲ ਦੀ ਨਾਲ ਪਾਜ਼ ਕਰਤੀ ਆ 15 ਦਿਨਾਂ ਵਾਸਤੇ, ਤੇ 15 ਦਿਨ ਅਸੀਂ ਰਿਵਿਊ ਕਰਾਂਗੇ, ਉਸ ਤੋਂ ਬਾਅਦ ਫਿਰ ਦੇਖਾਂਗੇ ਅਫਰੀਕਨ ਕੰਟਰੀਜ਼ ਤੋਂ। ਔਰ ਦੂਸਰੀਆਂ ਥੋੜੀਆਂ ਬਹੁਤੀਆਂ ਰਿਸਟ੍ਰਿਕਸ਼ਨ ਜਿਹੜੀ ਦੂਜੇ ਸੈਂਸਿਟਿਵ ਏਰੀਆ ਦੇ ਵਿੱਚੋਂ ਫਲਾਈਟਸ ਆ ਰਹੀਆਂ ਨੇ, ਉਹਨਾਂ ਨੂੰ ਕੁਆਰੰਟਾਈਨਸ ਕਰਨਾ, ਇਨ ਹੋਮ ਕੁਆਰੰਟਾਈਨ ਕਰਨਾ, ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੰਪਲੀਮੈਂਟ ਕਰ ਦਿੱਤੀਆਂ, ਵੈਰੀ ਕੁਇਕਲੀ ਕਰ ਦਿੱਤੀਆਂ। ਸੋ ਸਮਵੇਅਰ ਜਦੋਂ ਆਊਟਰ ਸਾਈਡ ਸੋਚਦੇ ਆਂਗੇ ਕਿ ਜੇ ਇੰਡੀਆ ਤੋਂ ਆਉਣਾ, ਕਿਸੇ ਵਿਜ਼ਿਟਰ ਨੇ ਆਉਣਾਗਾ, ਤਾਂ ਫੀਲ ਹੁੰਦਾ ਕਿ ਯਾਰ ਕਹੀ ਜੀ ਕੰਟਰੀ ਹੈ, ਚਲੋ ਕੈਨੇਡਾ ਚੱਲਦੇ ਆ, ਆਸਟ੍ਰੇਲੀਆ ਨਹੀਂ ਜਾਣਾ, ਹਨਾ। ਕਿ ਜਦੋਂ ਤੱਕ ਅਸੀਂ ਆਈਲੈਟਸ ਕਰਕੇ ਵੀਜ਼ੇ ਦੀ ਤਿਆਰੀ ਕਰਦੇ ਆ, ਉਦੋਂ ਤੱਕ ਆਏ ਨਹੀਂ ਪਤਾ ਉਹ ਵੀਜ਼ਾ ਕਲਾਸ ਹੀ ਹਟਾ ਦੇਣ। ਤੇ ਦੂਜੇ ਪਾਸੇ ਜਦੋਂ ਅਸੀਂ ਆਸਟ੍ਰੇਲੀਆ 'ਚ ਬੈਠ ਕੇ ਸੋਚਦੇ ਆ ਤਾਂ ਲੱਗਦਾ ਕਿ ਨਹੀਂ ਯਾਰ, ਦੇ ਆਰ ਡੂਇੰਗ ਬੈਸਟ ਫॉर देयर ਓਨ ਸਿਟੀਜ਼ਨ। ਹਾਂ, ਬਿਲਕੁਲ ਬਿਲਕੁਲ, ਇਸ ਪੱਖੋਂ ਤਾਂ ਆਸਟ੍ਰੇਲੀਆ ਦਾ ਨੰਬਰ ਹੈਗਾ ਵਾਕਿਆ ਹੀ। ਤੇ ਬਾਕੀ ਜਿਹੜੇ ਹੈਗੇ ਮੁਲਕ ਕਈ ਲੇਟ ਹੋ ਜਾਂਦੇ ਆ। ਚਲੋ ਅਸੀਂ ਇਹਦੀ ਗੱਲ ਤੋਂ ਬਾਅਦ ਅੱਜ ਵਿਸ਼ਾ ਅਸੀਂ ਇਹ ਰੱਖਾਂਗੇ, ਪੰਜਾਬ ਦੀ ਗੱਲ ਆਪਾਂ ਹਮੇਸ਼ਾ ਕਰੀਦੀ ਹੈ ਇੱਥੇ, ਅੱਜ ਵੀ ਇਹੀ ਗੱਲ, ਪੰਜਾਬ ਦੀ ਗੱਲ ਤਾਂ ਹੋਣੀ ਕੋਈ ਵੀ ਗੱਲ ਸ਼ੁਰੂ ਕਰ ਲਈਏ। ਪਰ ਅਸੀਂ ਜਿਹੜੇ NRIs ਨੇ, ਉਹਦਾ ਇੱਕ ਤਾਂ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਜਿਹੜਾ ਉਹ ਬੜੇ ਵੱਡੇ ਪੱਧਰ 'ਤੇ ਹੈਗਾ। ਸਰਕਾਰਾਂ ਨੇ ਉਹ ਕੰਮ ਨਹੀਂ ਕੀਤੇ ਜਿਹੜੇ NRIs ਨੇ ਕੀਤੇ ਨੇ, ਪਰ ਇਹਦੀ ਆੜ ਥੱਲੇ NRIs ਨਾਲ ਧੋਖੇ ਵੀ ਬੜੇ ਹੋਏ ਨੇ। ਮਤਲਬ ਇਹ ਹਾਲ ਹੈ ਪੰਜਾਬ ਦਾ, ਕਹਿ ਲਓ ਕਿ ਜਿਵੇਂ ਬਿੱਲੀ ਨਹੀਂ ਝੌੜ ਲਾ ਕੇ ਬੈਠੀ ਹੁੰਦੀ ਵੀ ਇੱਕ ਕਿਹੜੇ ਵੇਲੇ ਆਵੇ ਮੈਂ ਝਪਟਾ ਮਾਰਾਂ, ਤੇ ਉੱਥੇ ਇਉਂ ਮਹਿਸੂਸ ਹੁੰਦਾ ਕਈ ਵਧੀਆ ਬੰਦੇ ਵੀ ਹੋਣਗੇ, ਵਧੀਆ ਅਫਸਰ ਵੀ ਹੋਣਗੇ, ਪੁਲਿਸ ਵਾਲੇ ਵੀ ਵਧੀਆ ਹੋਣਗੇ, ਪਰ ਲੱਗਦਾ ਇਉਂ ਹੀ ਆ ਵੀ ਹਰ ਬੰਦਾ ਹੀ ਝੌੜ ਲਾ ਕੇ ਬੈਠਾ ਹੈ NRI ਦੇ ਉੱਤੇ ਆਵੇ ਸੀ ਤੇ ਕਿਹੜੀ ਘੜੀ ਮੈਂ ਝਪਟਾ ਮਾਰਾਂ ਇਹਨੂੰ। ਇਹ ਬੜੀ ਵੱਡੇ ਦੁਖਾਂ ਦੀ ਗੱਲ ਹੈ। ਵਿਸ਼ਵਾਸ ਮਤਲਬ ਖਤਮ ਹੋ ਗਿਆ ਪੰਜਾਬ ਦਾ। ਮਾਈਂਡ ਸੈਟ ਆ ਜੀ। ਮੈਂ ਆਪਣੀ ਜੇ ਗੱਲ ਦੱਸਾਂ ਤਾਂ ਮੇਰੇ ਪਿੰਡ ਦੇ ਵਿੱਚ ਇੱਕ ਉਹਨੂੰ ਸੀ ਅਟਾਰੀ ਕਹਿੰਦੇ ਸੀਗੇ, ਅਟਾਰੀ ਵਰਡਸ ਯੂਜ਼ ਕਰਦੇ ਸੀਗੇ, ਜਿਹੜਾ ਬਹੁਤ ਪੁਰਾਤਨ ਸਮੇਂ ਦੇ ਵਿੱਚ ਇੱਕ 3 ਮੰਜ਼ਿਲਾ ਇੱਕ ਜਿਹੜਾ ਇੱਕ ਇਮਾਰਤ ਸੀ, ਬਹੁਤ ਪੁਰਾਣੀ, ਛੋਟੀਆਂ ਇੱਟਾਂ ਦੀ। ਤੇ ਮੇਰੇ ਤਾਇਆ ਜੀ ਜਿਹੜੇ ਹੁਣ ਨਹੀਂ ਹੈ ਫਿਜ਼ੀਕਲੀ, ਉਹ ਨਾ ਇੱਕ ਪਸੇਰੀ 5 ਕਿਲੋ ਦਾ ਵੱਟਾ, ਉਹਦੇ ਉੱਤੋਂ ਦੀ ਉਦੋਂ ਮੁਕਾਬਲੇ ਮਤਲਬ ਏਦਾਂ ਦੀਆਂ ਖੇਡਾਂ ਹੁੰਦੀਆਂ ਸੀ, ਉਹਦੇ ਉੱਪਰ ਦੀ ਡੇਗ ਦਿੰਦੇ ਸੀਗੇ, ਦਿੰਦੇ ਸੀ। ਅੱਛਾ, ਹਾਂਜੀ, ਡਿਸਕਸ ਥਰੋ ਦੀ ਤਰ੍ਹਾਂ। ਤਾਂ ਮੈਂ ਆਪਣੇ ਤਾਇਆ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ, ਕਿਉਂਕਿ ਹੋਰ ਤਾਂ ਨਹੀਂ, ਮੈਂ ਸੋਚਿਆ ਯਾਰ ਉਹ ਅਟਾਰੀ ਜਿਹੜੀ ਕਿ ਹੜ੍ਹਾਂ ਵੇਲੇ ਵੱਡੇ ਹੜ੍ਹ ਆਏ ਸੀ 80 ਦੇ ਦਹਾਕੇ ਦੇ ਵਿੱਚ, 88 ਦੇ ਵਿੱਚ ਹਾਂਜੀ, ਉਦੋਂ ਉਹ ਡਿੱਗ ਪਈ ਸੀਗੀ। ਤੇ ਮੈਂ ਸੋਚਦਾ ਸੀ ਅਟਾਰੀ, ਜਦੋਂ ਮੈਂ ਇੱਥੇ ਆ ਕੇ ਦੇਖੀ, ਇੱਥੇ ਜਿਹੜੇ ਘੰਟਾ ਘਰ ਹੁੰਦੇ ਆ ਜਾਂ ਟਾਊਨ ਹਾਊਸ ਹੁੰਦੇ ਆ ਜਿਹੜੇ ਇੱਥੇ ਆਪਣੇ ਡਾਊਨਟਾਊਨ ਦੇ ਵਿੱਚ ਜਾਂ ਸਬਰਬ ਸਿਟੀਜ਼ ਦੇ ਵਿੱਚ, ਉਹ ਮੈਨੂੰ ਉਹ ਲੱਗਦਾ। ਤੇ ਮੈਂ ਸੋਚਿਆ ਯਾਰ ਕਿਉਂ ਨਾ ਪਿੰਡ ਦੇ ਵਿੱਚ ਮੈਂ ਉਸ ਅਟਾਰੀ ਨੂੰ ਦੁਬਾਰਾ ਤੋਂ ਖੜੀ ਕਰਾਂ ਤੇ ਬਣਵਾ ਕੇ ਆਪਣੇ ਵੱਲੋਂ ਕਾਸਟ ਕਰਕੇ ਜਾਂ ਪੈਸਾ ਬੋਰੋ ਕਰਕੇ ਨਾਲ ਪਿੰਡ ਦੇ ਵਿੱਚ ਸਾਰੇ ਜਿੰਨੇ ਵੀ ਹੈਗੇ ਅਸੀਂ, ਕਿ ਉਹ ਇੱਕ ਵੱਡਾ ਘੰਟਾ ਘਰ ਹੋਵੇ ਉੱਥੇ ਸਾਡੇ। ਮੇਰੇ ਯਾਦ ਆ ਕਿ ਜਦੋਂ ਅਸੀਂ ਪਾਣੀ ਲਾਉਣ ਜਾਂਦੇ ਸੀ, ਮੇਰੇ ਤਾਏ ਹੋਣੀ ਜਾਂ ਹੋਰ ਸਾਰੇ ਫੈਮਿਲੀ ਮੈਂਬਰ, ਤਾਂ ਉਸੇ ਅਟਾਰੀ ਦੇ ਏਰੀਏ ਦੇ ਵਿੱਚ ਉੱਥੇ ਥਾਈ ਦੇ ਉੱਪਰ ਇੱਕ ਸਾਂਝਾ ਕਲੌਕ ਹੁੰਦਾ ਸੀ, ਤੇ ਉੱਥੇ ਉਹ ਟਾਈਮ ਸੀਗਾ ਜਿਹੜਾ ਉਸ ਟਾਈਮ ਦੇ ਨਾਲ ਲਾਉਂਦੇ, ਕਿਉਂਕਿ 1 ਮਿੰਟ ਪਿੱਛੇ ਜੱਟ ਨੇ ਲੜ ਪੈਣਾ ਵੀ ਤੂੰ ਪਾਣੀ ਪਹਿਲਾਂ ਵੱਢ ਲਿਆ, ਬਾਅਦ ਚ ਵੱਢ ਲਿਆ, ਉਹ ਕਾਰਨ ਬਣਦੇ ਸੀ। ਤਾਂ ਫਿਰ ਜਦੋਂ ਕੋਈ ਕਨਕਲੂਜਨ ਹੁੰਦਾ ਸੀ ਕਿ ਯਾਰ ਉਸ ਟਾਈਮ ਦੇ ਨਾਲ ਚੈੱਕ ਕਰੋ ਜਾ ਕੇ ਵੀ ਤੇਰੀ ਘੜੀ ਮਿਲਦੀ ਹੈ ਜਾਂ ਤੇਰੀ ਘੜੀ ਮਿਲਦੀ ਆ। ਸੋ ਮੈਂ ਸੋਚਿਆ ਕਿ ਕਿਉਂ ਨਾ ਉਹ ਘੰਟਾ ਜਿਹੜਾ ਥੱਲੇ ਸੀਗਾ ਉਸ ਘੰਟੇ ਨੂੰ ਉੱਪਰ ਲੈ ਕੇ ਜਾਇਆ ਜਾਵੇ। ਤੇ ਇੱਕ ਅਟਾਰੀ, ਹੁਣ ਇਹ ਇੱਕ ਕਨਸੈਪਟ ਆ ਜਿਹੜਾ ਮੇਰੇ ਦਿਮਾਗ 'ਚ ਚੱਲ ਰਿਹਾ ਪਿਛਲੇ ਕਿੰਨੇ ਸਾਲਾਂ ਤੋਂ। ਹੁਣ ਜਦੋਂ ਇਹ ਕਨਸੈਪਟ, ਈਵਨ ਆਈ ਨੋ ਕਿ ਮੈਂ ਆਪਣੇ ਪਿੰਡ ਦੇ ਸਾਰਿਆਂ ਨੂੰ ਜਾਣਦਾ, ਪਰ ਜਦੋਂ ਮੈਂ ਕਨਸੈਪਟ ਸਾਂਝਾ ਕੀਤਾ ਕਿਸੇ ਨਾਲ ਜਿਹੜਾ ਕਿ ਨੌਨ ਮੇਰੇ ਪਿੰਡ ਦਾ ਨਹੀਂ ਸੀਗਾ, ਉਹ ਕਹਿੰਦੇ ਭਾਈ ਕੰਮ ਤਾਂ ਕਰ ਲਈ, ਪਰ ਇਹ ਵੀ ਧਿਆਨ ਰੱਖੀ ਕਿ ਤੇਰੀ ਜਿਹੜੀ ਅਟਾਰੀ ਤੇ ਤੂੰ ਕਰੋੜ ਰੁਪਈਆ ਜਾਂ ਜਿੰਨੇ ਵੀ ਤੂੰ ਲਾਏਗਾ ਆਲੇ ਦੁਆਲੇ ਇਕੱਠੇ ਕਰਕੇ, ਕਿ ਉਹਦੇ ਅਗੇਂਸਟ ਫੰਡਿੰਗ ਲੈ ਕੇ ਗਵਰਨਮੈਂਟ ਤੋਂ ਕਿਤੇ ਤੁਹਾਡਾ ਸਰਪੰਚ ਨਾ ਛੱਕ ਜੇ। ਤੇ ਹੁਣ ਤੁਸੀਂ ਇਹ ਦੇਖੋ ਵੀ ਉਸ ਇੱਕ ਜਿਹੜਾ ਸਵਾਲ ਮੈਨੂੰ ਆਇਆ ਜਾਂ ਇੱਕ ਕੁਐਸਚਨ ਮੇਰੇ ਸਾਹਮਣੇ ਖੜਾ ਹੋਇਆ, ਉਹਨਾਂ ਮੇਰਾ ਦਿਮਾਗ ਐਜ਼ ਐ NRI ਇਹ ਨਹੀਂ ਸੋਚ ਰਿਹਾ ਕਿ ਮੈਂ ਉਸ ਕਨਸੈਪਟ ਨੂੰ ਜਾਂ ਉਸ ਇਮਾਰਤ ਜਿਹੜੀ ਮੇਰੇ ਦਿਮਾਗ ਦੇ ਵਿੱਚ ਆ ਉਹਨੂੰ ਮੈਂ ਕਿੱਦਾਂ ਡਿਜ਼ਾਈਨ ਕਰਾਂ। ਮੇਰਾ ਇਹ ਦਿਮਾਗ ਸੋਚਣ ਤੇ ਲੱਗਿਆ ਹੋਇਆ ਕਿ ਵੀ ਯਾਰ ਉਹ ਮਿਸਯੂਜ਼ ਨਾ ਹੋ ਜੇ ਪ੍ਰੋਜੈਕਟ। ਜਦੋਂ ਕਿ ਮੈਨੂੰ ਵਿਸ਼ਵਾਸ ਵੀ ਆ ਆਪਣੇ ਪਿੰਡ ਦੇ ਲੋਕਾਂ ਤੇ ਜਾਂ ਆਪਣੇ ਪਿੰਡ ਦੇ, ਬਟ ਮਨੋਦਸ਼ਾ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ, ਤਾਂ ਅਸੀਂ ਕਈ ਵਾਰੀ ਹੁੰਦਾ ਕਿ ਉਹ ਕਿਸੇ ਨੇ ਮੈਨੂੰ ਸਵਾਲ ਉਸ ਦੇ ਅਗੇਂਸਟ ਇਸੇ ਲਈ ਕੀਤਾ ਕਿ ਕਿਤੇ ਹੋਇਆ ਇਦਾਂ ਇੱਕ ਨਹੀਂ ਹੋਇਆ, ਬਹੁਤ ਕੇਸ ਹੋਏ ਨੇ, ਹਜ਼ਾਰਾਂ। ਸਾਡੇ ਹੋਰ ਪਤਾ ਨਹੀਂ ਕਿੰਨੇ ਹੋਏ ਹੋਣਗੇ, ਸਾਡੇ ਜਾਣ ਪਛਾਣ ਦੇ ਜਿਹੜੇ 2-4 ਕੇਸ ਤੁਹਾਨੂੰ ਮੈਂ ਦੱਸਦੇ ਹਾਂ। ਇੱਕ ਤਾਂ ਕਿਸੇ ਨੇ ਡੋਨੇਟ ਕੀਤਾ $1 ਲੱਖ, ਕਿਸੇ ਨੇ ਕੋਈ ਸੰਸਥਾ ਗਈ ਜੀ ਸਾਡੀ ਆਹ ਸੰਸਥਾ
ਤੇ ਉਹਨੇ ਪੁੱਛਿਆ ਵੀ ਭਾਈ, ਉਹ ਬਕਾਇਦਾ ਬੰਦਾ ਲਿਖਾ ਪੜ੍ਹੀ ਕਰਕੇ ਕਰਦਾ ਡੋਨੇਟ ਵੀ ਜਿਹੜਾ ਕਰਨਾ ਉਹਨੇ, ਤੇ ਉਹਨੇ ਪੁੱਛਿਆ ਵੀ ਕਿੱਥੇ ਲਾਏ ਨੇ। ਉਹ ਕਹਿੰਦਾ ਜੀ ਇਹ ਤਾਂ 6 ਮਹੀਨੇ ਹੋਏ ਤੁਹਾਡੇ ਪੈਸੇ ਦਿੱਤਿਆਂ ਨੂੰ, ਤੇ 6 ਮਹੀਨੇ ਤਾਂ 18,000 ਅਸੀਂ ਭੇਜ ਸਕੇ ਹਾਂ, ਜੇ 3,000 ਮਹੀਨਾ ਹੀ ਭੇਜ ਸਕਦੇ ਡਾਲਰ ਇੰਡੀਆ ਸੰਸਥਾ ਵਾਸਤੇ, ਤੇ ਤੁਹਾਡੇ 1 ਲੱਖ ਨੂੰ ਪਹੁੰਚਣ ਲਈ 33 ਸਾਲ ਲੱਗਣਗੇ ਜੀ। ਤੇ ਮਤਲਬ ਇਹ ਹਾਲ ਆ। ਉਹ ਕਹਿੰਦਾ ਵੀ ਇਹ ਕੀ ਮਤਲਬ ਕੀ ਹੋਇਆ ਫਿਰ? ਮਤਲਬ ਇਹ ਹੈ ਵੀ ਇਹੋ ਜਿਹੀਆਂ ਸੰਸਥਾਵਾਂ ਦੇ ਨਾਂ 'ਤੇ ਬੜਾ ਕੁਛ ਚੱਲਦਾ। ਫਿਰ ਕੋਈ ਗਿਆ ਜੀ ਮੈਂ ਫਲਾਨੀ ਜਗ੍ਹਾ ਇੱਕ ਮੈਂ ਬਣਾ ਰਿਹਾ ਜੀ, ਉੱਥੇ ਕਮਰੇ ਬਣਾਉਣੇ ਤੁਹਾਡੇ ਨਾਂ ਦੇ, ਉਹ 40,000 ਡਾਲਰ ਲੈ ਗਿਆ, ਤੇ ਉਹ ਮੁੜ ਕੇ ਉਹਦਾ ਸਿਰ ਪੈਰ ਕੋਈ ਨਹੀਂ ਆਇਆ ਜੀ। 20,000 ਦੇ 2 ਕਮਰੇ ਤੁਹਾਡੇ ਨਾਂ ਦੇ ਬਣਾਉਣੇ ਆ। ਤੁਹਾਡੀ ਵਾਈਫ ਵਗੈਰਾ ਦੀ ਡੈਥ ਹੋਈ ਸੀ, ਉਹਦੇ ਯਾਦ 'ਚ ਕਹਿੰਦਾ ਵੀ ਕਮਰੇ ਬਣਾਉਣੇ, ਕਹਿੰਦਾ ਜੀ ਬਾਅਦ 'ਚ ਕੋਈ ਨਹੀਂ ਪਤਾ ਲੱਗਿਆ। ਸੋ NRI ਦਾ ਅਸੀਂ ਗੱਲ ਇੱਕ ਤਾਂ ਕਰਾਂਗੇ ਵੀ ਯੋਗਦਾਨ ਜਿਹੜਾ ਹੈਗਾ ਤਰੱਕੀਆਂ ਦੇ ਵਿੱਚ, ਤੇ ਦੂਜਾ ਜਿਹੜਾ ਇਹ ਮਿਸਯੂਜ਼ ਹੁੰਦਾ ਬਹੁਤ ਵੱਡੇ ਪੱਧਰ 'ਤੇ, ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ। ਪਰ ਸਾਨੂੰ ਇੱਕ ਬ੍ਰੇਕ ਲੈਣੀ ਪਏਗੀ, ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਅਸੀਂ ਜੁੜਾਂਗੇ ਤੁਹਾਡੇ ਨਾਲ। ਤੇ ਬਹੁਤ ਆਪਣੀ ਗੱਲਬਾਤ ਹਜੇ ਸ਼ੁਰੂ ਹੋਣੀ ਹੈ ਕਿ ਸਹੀ ਗੱਲ ਤਾਂ ਇਹ ਤਾਂ ਵੈਸੇ ਜਨਰਲ ਗੱਲਾਂ ਪਤਾ ਚੱਲਦੀਆਂ ਸੀਗੀਆਂ, ਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਸਾਡੇ ਦਰਸ਼ਕ ਵੀ ਜਿਹੜੇ ਹੈਗੇ ਨੇ ਘਰਾਂ ਵਿੱਚ ਬੈਠੇ ਅੱਜ ਦਾ ਪ੍ਰੋਗਰਾਮ ਦੇਖ ਰਹੇ ਨੇ, ਆਸਟ੍ਰੇਲੀਆ ਦਾ ਹਾਲ ਚਾਲ ਨਾਲ ਨਾਲ ਦੱਸ ਰਹੇ ਹਾਂ ਰਵੀ ਬੈਨੀਪਾਲ ਨਾਲ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਤੇ ਗੱਲਾਂ ਕਰਾਂਗੇ। ਇਸੇ ਤਰ੍ਹਾਂ ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਰਵੀ ਬੈਨੀਪਾਲ ਸਾਹਿਬ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਗੱਲਬਾਤ ਚੱਲਦੀ ਆ ਆਸਟ੍ਰੇਲੀਆ ਤੋਂ, ਤੇ ਪ੍ਰੋਗਰਾਮ ਦਾ ਆਨੰਦ ਆਏਗਾ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ। ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬੀਆਂ ਦੀ ਕਰ ਰਹੇ ਹਾਂ, ਖਾਸ ਤੌਰ 'ਤੇ ਨਾਲ ਨਾਲ NRI ਦੀ ਵੀ ਗੱਲ ਚੱਲ ਰਹੀ ਹੈ। ਕੀ ਪੰਜਾਬ ਪ੍ਰਤੀ ਕਰ ਸਕਦੇ ਹਾਂ, ਕੀ ਹੋ ਰਿਹਾ ਤੇ ਕੀ ਚੰਗਾ ਹੋ ਰਿਹਾ, ਕੀ ਮਾੜਾ ਹੋ ਰਿਹਾ। ਹਾਂਜੀ ਰਵੀ ਸਾਹਿਬ, ਅੱਛਾ ਆਪਾਂ ਗੱਲ ਕਰਦੇ ਸੀ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਵੀ ਬੜਾ ਕੁਛ NRI ਦੇ ਨਾਲ ਇਸ ਤਰ੍ਹਾਂ ਦੇ ਧੋਖੇ ਹੁੰਦੇ ਨੇ ਕਿ ਸੰਸਥਾਵਾਂ, ਜਿਵੇਂ ਤੁਸੀਂ ਵੀ ਇੱਕ ਦੱਸ ਰਹੇ ਸੀ ਕਿ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਕਿ ਕੋਈ ਮੇਰੇ ਖਿਆਲ ਕਿਸੇ ਨੇ ਕੋਈ ਪੰਜਾਬ 'ਚ ਪੈਸਾ ਲਾਇਆ ਤਾਂ ਉਹਨੇ ਉਹ ਵੀ ਪੈਸਾ ਲੈ ਲਿਆ, ਤੇ ਨਾਲ ਗੌਰਮੈਂਟ ਕੋਲ ਵੀ ਉਹਦੇ ਬਰਾਬਰ ਲੈ ਲਿਆ ਪੈਸਾ ਜੀ। ਗਵਰਨਮੈਂਟ ਵਾਲਾ ਉਹ ਪੇਪਰਾਂ ਦੇ ਵਿੱਚ ਦਿਖਾ ਕੇ ਪ੍ਰੋਜੈਕਟ ਪੂਰਾ, ਤੇ ਗਵਰਨਮੈਂਟ ਵਾਲਾ ਪੈਸਾ ਆਪਣੇ ਜੇਬ ਦੇ ਵਿੱਚ ਪਾ ਦੇ। ਵਾਹ ਜੀ ਵਾਹ, ਵਾਹ ਜੀ ਵਾਹ, ਧੰਨ ਨੇ ਇਹੋ ਜਿਹੇ ਲੋਕ ਜੀ। ਔਰ ਇੰਡੀਆ ਦੇ ਵਿੱਚ ਸੱਚੀ ਮੁੱਚੀ ਇਹ ਜਿਹੜੇ ਹਾਲਾਤ ਨੇ ਜਿਹਦਾ ਹਿਸਾਬ ਕੋਈ ਨਹੀਂ, ਚਾਹੇ ਕਈ ਰਿਸ਼ਤੇਦਾਰਾਂ ਦੀ ਗੱਲ ਕਰ ਲਓ, ਚਾਹੇ ਦੋਸਤਾਂ ਮਿੱਤਰਾਂ ਦੀ ਗੱਲ ਕਰ ਲਓ, ਚਾਹੇ ਕਿਸੇ ਵੀ ਤਰ੍ਹਾਂ ਦਾ ਜਿਹੜੇ ਗੱਲ ਹੈਗੀ ਆ ਉਹ ਕਰ ਲਓ। ਅੱਛਾ ਅਸੀਂ ਗੱਲ ਕਰੀਏ ਵੀ NRI ਜਿਹੜੇ ਹੈਗੇ ਨੇ ਉਹਨਾਂ ਦਾ ਕੀ ਯੋਗਦਾਨ ਹੁਣ ਤੱਕ ਸਮਝਦੇ ਹੋ ਤੁਸੀਂ ਪੰਜਾਬ ਦੇ ਵਿੱਚ? ਬਹੁਤ ਜ਼ਿਆਦਾ ਜੀ। ਮੈਨੂੰ ਇਹ ਲੱਗਦਾ ਵੀ ਜੇ ਪੰਜਾਬ ਜਾਂ ਖੜਾ ਹੈਗਾ, ਜੇ ਪੰਜਾਬ ਖੜਾ ਤਾਂ NRI ਦੇ ਸਿਰਫ ਪੈਸੇ ਦੇ ਸਿਰ ਤੇ ਨਹੀਂ ਖੜਾ। ਤੁਸੀਂ ਆਲੇ ਦੁਆਲੇ ਕਿਸੇ ਚੀਜ਼ ਨੂੰ ਤਾਂ ਇਨਫਲੂਐਂਸ ਕਰਦੇ ਹੀ ਹੋਗੇ, ਥੋੜਾ ਬਹੁਤਾ ਤਾਂ ਕਰਦੇ ਹੀ ਹੋ। ਮੈਂ ਆਪਣੇ ਆਲੇ ਪਰਿਵਾਰ ਦੇ ਆਲੇ ਦੁਆਲੇ ਦੇਖਾਂ ਤਾਂ 10 ਬੰਦਿਆਂ ਨੇ ਚਾਹੇ ਹੋਰ ਲਾਈਫ ਸਟਾਈਲ ਚੇਂਜ ਕੀਤਾ ਹੋਵੇ, ਚਾਹੇ ਕੁਝ ਵੀ, ਉਹ ਇੰਪੈਕਟ ਤਾਂ ਹੁੰਦਾ ਹੀ ਹੈ ਹਰ ਚੀਜ਼ ਦਾ। ਅਸੀਂ ਧੜਕਦੇ ਹਾਂ, ਅਸਲ ਪੰਜਾਬ ਸਾਡੇ ਅੰਦਰ ਧੜਕਦਾ, ਪੰਜਾਬ ਨੂੰ ਅਸੀਂ ਨਹੀਂ ਕੱਢ ਸਕਦੇ ਅੰਦਰੋਂ। ਬਟ ਇਸ ਇਮੋਸ਼ਨਲ ਸੈਕਸ਼ਨ ਨੂੰ ਜਦੋਂ ਅਸੀਂ ਆਪਣੇ ਜੱਗੀ ਜੀ ਸੋਚਦੇ ਹਾਂ ਨਾ ਦਿਮਾਗ ਦੇ ਵਿੱਚ, ਤਾਂ ਸਾਨੂੰ ਉਸ ਨੂੰ ਇਕੱਲੇ ਸੈਕਸ਼ਨ ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ। ਸਾਨੂੰ ਇਹ ਹੈ ਕਿ ਜਿਹੜੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਪੰਜਾਬੀ ਬੈਠੇ ਨੇ ਜਿਹੜੇ, ਤਾਂ ਉਹਨਾਂ ਨੂੰ ਅਸੀਂ ਸਿਰਫ ਪੈਸਾ ਨਾ ਦੇਈਏ। ਮੈਂ ਹਮੇਸ਼ਾ ਇਹ ਗੱਲ ਫੋਰਸਫੁਲੀ ਕਹਿਣਾਗਾ ਆਪਣੀ ਟਾਕ ਦੇ ਵਿੱਚ ਕਿ ਉਹਨਾਂ ਨੂੰ ਪੈਸੇ ਨਾਲੋਂ ਥਾਟ ਦੇਣ ਦੀ ਜ਼ਰੂਰਤ ਆ, ਕਿਉਂਕਿ ਜੇ ਥਾਟ ਰਾਈਟ ਦੇਤੀ ਆ, એનર્ਜੀ ਤਾਂ ਉਹਨਾਂ ਕੋਲੇ ਬਥੇਰੀ ਆ। ਬਿਲਕੁਲ ਉਹਨਾਂ ਨੂੰ, ਕਿਉਂਕਿ ਥਾਟ ਹੀ ਹੈ। ਸਾਨੂੰ ਇੱਥੇ ਆ ਕੇ ਕੀ ਮਿਲਦਾ? ਅਸੀਂ ਉਹੀ ਸਰੀਰ ਆਂਗੇ, ਉਹੀ ਸਾਡੀ ਬਾਡੀ ਆ। ਇੱਥੇ ਆ ਕੇ ਕੰਮ ਕਰਨ ਲੱਗ ਜਾਂਦੀ ਆ, ਤੇ ਇੰਡੀਆ ਦੇ ਵਿੱਚ ਇਹਨੂੰ ਬੇਬੇ ਲਿਆ ਕੇ ਚਾਹ ਬਣਾਉਂਦੀ ਆ ਸਵੇਰੇ, ਫਿਰ ਵੀ ਅਸੀਂ ਨਖਰੇ ਕਰਦੇ ਆ ਬੈੱਡ 'ਚ ਉੱਠਣ ਵਾਸਤੇ। ਤਾਂ ਫਰਕ ਇਹੀ ਹੈ ਕਿ ਜਿਹੜੀ ਗੁਰੂਆਂ ਨੇ ਸਾਨੂੰ ਥਾਟ ਦੱਸੀ ਆ, ਉਹ ਥਾਟ ਸਾਨੂੰ ਇੱਥੇ ਸਿਸਟਮ ਧੱਕੇ ਨਾਲ ਪੁਸ਼ ਕਰਕੇ ਉਹਦੇ ਵਿੱਚ ਬਾੜ ਦਿੰਦਾ। ਜਦੋਂ ਅਸੀਂ ਜਾ ਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੀਡ ਕਰਦੇ ਆ, ਪੜ੍ਹਦੇ ਆਂਗੇ, ਤਾਂ ਪਤਾ ਲੱਗਦਾ ਕਿ ਯਾਰ ਹਾਂ ਯਾਰ ਇਹੀ ਤਾਂ ਗੁਰੂ ਕਹਿਣ ਲੱਗੇ ਹੋਏ ਸੀਗੇ, ਇਹੀ ਤਾਂ ਬਾਬਾ ਨਾਨਕ ਸਵੇਰੇ ਉੱਠ ਕੇ ਹਲ ਜੋੜਦਾ ਸੀਗਾ ਜਾਂ ਤੁਰ ਪੈਂਦਾ ਸੀਗਾ ਦਾਸੀਆਂ ਵਾਸਤੇ। ਇਹੀ ਤਾਂ ਸਾਰਾ ਕੁਝ ਅਸੀਂ ਉੱਥੇ ਦੇਖਿਆ ਹੈਗਾ। ਫਿਰ ਸਾਨੂੰ ਕਹਾਣੀ ਸਮਝ ਆਉਂਦੀ ਆ। ਅਸੀਂ ਕੀ ਕਰਦੇ ਆਂਗੇ ਕਿ ਸਾਡਾ ਜਿਹੜਾ ਮਾਈਂਡ ਸੈਟ ਕਿਤੇ ਨਾ ਕਿਤੇ ਹਿਡਨ, ਜਿਹੜਾ ਕਿ ਕੌਨਸ਼ੀਅਸਲੀ ਨਹੀਂ ਅਨਕੌਨਸ਼ੀਅਸਲੀ ਹੁੰਦਾ, ਕਿ ਅਸੀਂ ਜਦੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ, ਕਿਸੇ ਫੈਮਿਲੀ ਨੂੰ ਜਾਂ ਕਿਸੇ ਨੂੰ ਵੀ ਅਸੀਂ ਪੈਸੇ ਭੇਜਦੇ ਹਾਂ, ਜਦੋਂ ਅਸੀਂ ਇੰਡੀਆ ਜਾਵਾਂਗੇ ਸਾਡੀ ਆਓ ਭਗਤ ਚੰਗੀ ਹੋਊਗੀ, ਕਿਉਂਕਿ ਅਸੀਂ ਉਹਨਾਂ ਨੂੰ 4 ਪੈਸੇ ਦੇ ਰਹੇ ਹਾਂ। ਤਾਂ ਉਹਨਾਂ ਦੇ ਨਾਲ ਕੀ ਹੁੰਦਾ ਕਿ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਡਿਵੈਲਪ ਹੋ ਜਾਂਦੀ ਹੈ ਕਿ ਯਾਰ ਇਸ ਬੰਦੇ ਤੋਂ ਸਾਨੂੰ ਹੈਲਪ ਮਿਲ ਰਹੀ ਹੈ, ਚਾਹੇ ਫਾਈਨੈਂਸ਼ੀਅਲੀ ਹੈ ਚਾਹੇ ਕਿਸੇ ਤਰ੍ਹਾਂ ਵੀ ਆ, ਇਸ ਬੰਦੇ ਨੂੰ ਅਸੀਂ 1 ਮਹੀਨੇ ਦਾ ਬੈਸਟ ਐਕਸਪੀਰੀਅੰਸ ਦੇ ਕੇ ਤੋਰੀਏ। ਅਸੀਂ ਉਸ ਬੈਸਟ ਐਕਸਪੀਰੀਅੰਸ ਲੈਣ ਦੇ ਚੱਕਰ ਦੇ ਵਿੱਚ 2-2 ਸਾਲ ਤਿਆਰੀ ਕਰਦੇ ਰਹਿੰਦੇ ਆ ਇੰਡੀਆ ਜਾਣ ਦੀ, ਤੇ ਮੁੜ ਕੇ ਉਹਨਾਂ ਨੂੰ ਸਪੋਰਟ ਕਰਦੇ ਰਹਿੰਦੇ ਆ। ਅਸਲ ਦੇ ਵਿੱਚ ਅਸੀਂ ਉਹਨਾਂ ਨੂੰ ਡਿਸਟਰੋਏ ਕਰ ਰਹੇ ਹੁੰਦੇ ਆ, ਜੇ ਅਸੀਂ ਇਸ ਨੂੰ ਹੋਰ ਲੌਜੀਕਲੀ ਸੋਚੀਏ, ਕਿਉਂਕਿ ਅਸੀਂ ਉਹਨਾਂ ਦੀ ਕੈਪੇਬਿਲਿਟੀ ਖਤਮ ਕਰਤੀ ਕਿ ਉਹ ਕਰ ਕੀ ਸਕਦੇ ਨੇ। ਉਹੀ ਦਾਲ ਆਟਾ ਸਕੀਮ ਵਾਲਾ ਕਰਤਾ ਕੰਮ। ਹਾਂ, ਸੋ ਉਹ ਸਾਨੂੰ ਬਹੁਤ ਧਿਆਨ ਨਾਲ, ਸਾਡੇ ਕੋਲ 4 ਪੈਸੇ ਮਿਹਨਤ ਦੇ ਨਾਲ, ਬਾਬੇ ਦੀ ਕਿਰਪਾ ਦੇ ਨਾਲ, ਕਿਸੇ ਵੀ ਤਰੀਕੇ ਨਾਲ ਸਾਡੇ ਕੋਲੇ ਅਸੀਂ ਦਸਵੰਧ ਕੱਢਣਾ ਚਾਹੁੰਦੇ ਆ,
ਤਾਂ ਅਸੀਂ ਉਸ ਦਸਵੰਧ ਨੂੰ ਇਸ ਤਰੀਕੇ ਨਾਲ ਕੱਢੀਏ ਕਿ ਉਹ ਜ਼ਹਿਰ ਬਣ ਕੇ ਉਹਨਾਂ ਦੀ ਜ਼ਿੰਦਗੀ ਖਰਾਬ ਨਾ ਕਰੇ, ਉਹਨਾਂ ਨੂੰ ਅੱਗੇ ਲੈ ਕੇ ਜਾਵੇ, ਉਹਨਾਂ ਦੀ ਤਰੱਕੀ ਦੇ ਵਿੱਚ ਉਹਨਾਂ ਨੂੰ ਯੂਟਿਲਾਈਜ਼ ਕਰੇ ਉਹਨਾਂ ਦੀ એનર્ਜੀ। ਥਾਟ ਦੀ ਤੁਸੀਂ ਗੱਲ ਕੀਤੀ ਰੋਬੀ ਸਾਹਿਬ ਵੀ ਥਾਟ ਦੇਣੇ ਚਾਹੀਦੇ ਨੇ, ਕਿਵੇਂ ਦੇ ਸਕਦੇ ਥਾਟ? ਕੀ ਉਧਰਲੇ ਲੋਕ ਜਿਹੜੇ ਸਾਡੇ ਹੈਗੇ ਨੇ ਦੋਸਤ ਮਿੱਤਰ ਭੈਣ ਭਰਾ ਅਸੀਂ ਗੱਲ ਕਰ ਲਈਏ, ਕੀ ਉਹ ਤਿਆਰ ਨੇ ਥਾਟ ਲੈਣ ਨੂੰ, ਜਾਂ ਉਹਨਾਂ ਨੂੰ ਥਾਟ ਚੰਗੇ ਨਹੀਂ ਲੱਗਦੇ ਵੀ ਤੁਸੀਂ ਭਾਈ ਚੰਗੀ ਗੱਲ ਭਾਈ ਸਾਨੂੰ ਇੱਥੇ ਬਥੇਰੇ ਇੱਥੇ ਦੱਸ ਦਿੰਦੇ ਨੇ, ਬਾਬੇ ਬਥੇਰੇ ਹੈਗੇ ਨੇ ਜਿਹੜੀਆਂ ਚੰਗੀਆਂ ਗੱਲਾਂ ਦੱਸਦੇ ਨੇ ਵੀ ਤੁਸੀਂ ਤਾਂ ਪੈਸੇ ਦੀ ਗੱਲ ਕਰੋ? ਇਹ ਲੱਗਦਾ ਤੁਹਾਨੂੰ ਸਾਡੇ ਸਮਾਜ ਦੀ? ਹਾਂਜੀ ਜੱਗੀ ਜੀ, ਪ੍ਰੋਬਲਮ ਇਹੀ ਆ ਕਿ ਜਿੰਨਾ ਚਿਰ ਅਸੀਂ ਮੱਥੇ ਤੇ ਤਿਲਕ ਗਲ 'ਚ ਮਾਲਾ ਨਹੀਂ ਪਾਉਂਦੇ ਉਹਨਾਂ ਚਿਰ ਅਸੀਂ ਦੂਜੇ ਨੂੰ ਸੁਣਦੇ ਨਹੀਂ। ਸਾਨੂੰ ਕਿਉਂਕਿ ਅਸੀਂ ਬਚਪਨ ਤੋਂ ਡਿਵੈਲਪ ਹੀ ਉਸ ਤਰੀਕੇ ਨਾਲ ਹੋਏ ਆ। ਸਭ ਤੋਂ ਪਹਿਲਾਂ ਤਾਂ ਉਹੀ ਜਿਹੜਾ ਏਰੀਆ ਸਾਨੂੰ ਫਿਕਸ ਕਰਨ ਦੀ ਲੋੜ ਆ। ਹੁਣ ਉਹ ਫਿਕਸ ਕਿੱਥੋਂ ਹੋਊਗਾ? ਇੱਕ 25 ਸਾਲ ਦੇ ਨੌਜਵਾਨ ਨੂੰ ਜੇ ਤੁਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰੋਗੇ ਪੰਜਾਬ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ, ਮੈਨੂੰ ਲੱਗਦਾ ਤੁਹਾਨੂੰ ਮੰਨ ਲਓ ਜੇ 5 ਦਿਨ ਲੱਗਦੇ ਨੇ, ਤਾਂ ਇੱਕ ਬੱਚੇ ਨੂੰ ਚੇਂਜ ਕਰਨ ਲਈ ਤੁਹਾਨੂੰ 1 ਦਿਨ ਲੱਗੂਗਾ। ਤੁਸੀਂ 4 ਦਿਨ ਉੱਥੇ ਸੇਵ ਕਰ ਲਏ ਆਪਣੇ, ਤਾਂ ਤੁਸੀਂ ਤੁਹਾਡਾ ਟਾਰਗੇਟ ਗਰੁੱਪ ਆ ਜਿਹੜਾ ਉਹ ਵੱਡੇ ਨਹੀਂ ਹੋਣੇ ਚਾਹੀਦੇ, ਉਹ ਤਾਂ ਹੁਣ ਲੰਘ ਗਏ। ਤੁਹਾਡਾ ਟਾਰਗੇਟ ਗਰੁੱਪ ਉੱਥੋਂ ਦੇ ਬੱਚੇ ਹੋਣੇ ਚਾਹੀਦੇ ਨੇ। ਮੇਰੇ ਲੌਂਗ ਟਰਮ ਜਿਹੜੇ ਗੋਲ ਨੇ ਉਹਨਾਂ ਦੇ ਵਿੱਚ ਇਹ ਇੱਕ ਹੈ ਮੇਰੇ ਪਾਰਟ ਮੇਰੀ ਪੂਰੀ ਲਾਈਫ ਦਾ, ਜਿਹਦੇ ਵਿੱਚ ਮੈਂ ਆਪਣੇ ਪਿੰਡ ਦੇ ਵਿੱਚ ਇਹ ਚੀਜ਼ ਕਰਨੀ ਚਾਹੂੰਗਾ ਕਿ ਮੈਂ ਸਿਰਫ ਆਪਣੇ ਪਿੰਡ ਨੂੰ ਇੱਕ ਏਦਾਂ ਦਾ ਸੈਟਅਪ ਕਰਨ ਦੇ ਪਲਾਨ ਦੇ ਵਿੱਚ ਆ ਇਨ ਫਿਊਚਰ ਦੇ ਵਿੱਚ। ਪਹਿਲਾਂ ਆਪਣੀ ਸ਼ੋਅ ਦੇ ਵਿੱਚ ਗੱਲ ਹੋਈ ਆ ਕਿ ਜਿਹਦੇ ਵਿੱਚ ਬੁੱਕ ਰੀਡਿੰਗ ਕਿੰਨਾ ਵਾਸਤੇ ਸੀਗੀ? ਉਹ ਆ ਗਈ ਜਿਹੜੇ ਗਰੋਨ ਅਪ ਹੋ ਗਏ ਨੇ, ਜਿਹੜੇ 20 ਸਾਲ 25 ਸਾਲ ਤੋਂ ਉਮਰ ਦੇ, ਜਾਂ ਸਾਡੇ ਬਜ਼ੁਰਗ ਨੇ, ਜਿਹੜੀਆਂ ਮਾਤਾਵਾਂ ਨੇ, ਉਹਨਾਂ ਦੀ ਡਿਵੈਲਪਮੈਂਟ, ਮੈਂਟਲ ਡਿਵੈਲਪਮੈਂਟ। ਦੂਸਰੀ ਹੈ ਕਿ ਬਚਪਨ ਨੂੰ ਅਸੀਂ ਇਨਕਰੇਜ ਕਿੱਦਾਂ ਕਰੀਏ। ਮੇਰੀ ਲਾਈਫ ਜਰਨੀ ਨੂੰ ਤੁਸੀਂ ਬਹੁਤ ਕਲੋਜ਼ ਤੋਂ ਜਾਣਦੇ ਹੋ, ਤੇ ਮੇਰੇ ਲਾਈਫ ਜਰਨੀ ਦੇ ਵਿੱਚ ਜਦੋਂ ਮੈਂ ਆਪਣੀ ਪੂਰੀ ਲਾਈਫ ਨੂੰ ਦੇਖਦਾਗਾ ਕਿ ਮੈਂ ਮੈਂਟਲੀ ਕਿਤੇ ਨਹੀਂ ਹਾਰਿਆ, ਮੈਂ ਮੈਂਟਲੀ ਸਟਰੋਂਗ ਹੀ ਰਿਹਾ, ਮੈਂ ਖੁਸ਼ ਹੀ ਰਿਹਾ। ਚਾਹੇ ਮੈਨੂੰ 1 ਰੋਟੀ ਮਿਲਦੀ ਸੀ, ਚਾਹੇ ਮੈਨੂੰ ਗੋਲਡਨ ਸਪੂਨ ਨਾਲ ਮਿਲਦੀ, ਚਾਹੇ ਮੈਨੂੰ ਲੱਕੜ ਦੇ ਨਾਲ, ਚਾਹੇ ਮੈਂ ਕਿੱਦਾਂ ਵੀ ਸੀਗਾ, ਤਾਂ ਮੈਂ ਖੁਸ਼ ਰਿਹਾ। ਉਹ ਜਿਹੜੀ ਏਰੀਆ ਆਫ ਵਰਕ ਸੀਗਾ, ਫਿਰ ਮੈਂ ਆਪਣੀ ਬੈਕਗ੍ਰਾਉਂਡ ਤੇ ਹਿਸਟਰੀ ਨੂੰ ਜਾ ਕੇ ਦੇਖਦਾ ਕਿ ਮੇਰੇ ਆਲੇ ਦੁਆਲੇ ਲੋਕ ਕੌਣ ਸੀ। ਉਹ ਭਗਵੰਤ, ਕਰਮਜੀਤ ਅਨਮੋਲ, ਉਹਨਾਂ ਦੀ ਫੈਮਿਲੀਜ਼, ਤੁਸੀਂ ਸਾਰੇ, ਇਹ ਜਦੋਂ ਮੈਂ ਇਹਨਾਂ ਦੀ ਪਰਸਨਲੀ ਲਾਈਫ ਦੇਖਦਾਗਾ ਤਾਂ ਇਹ ਕਿੱਥੇ ਖੜੇ ਨੇ, ਕਿਉਂਕਿ ਜਦੋਂ ਇਹ ਇੱਥੇ ਖੜੇ ਨੇ ਇਹਨਾਂ 'ਚ એનર્ਜੀ ਉਸ ਟਾਈਪ ਦੀ ਸੀ, ਤਾਂ ਉੱਥੋਂ ਮੈਨੂੰ ਵੀ ਮਿਲੀ ਉਹ એનર્ਜੀ। ਸੋ ਜਦੋਂ ਮੈਨੂੰ ਪਤਾ ਕਿ ਮੇਰੀ ਗਰੋਥ ਦੇ ਵਿੱਚ ਮੋਰ ਦੈਨ ਮਨੀ ਉਹ એનર્ਜੀ ਨੇ ਬਹੁਤ ਵੱਡਾ ਰੋਲ ਪਲੇ ਕੀਤਾ, ਤਾਂ ਅਸੀਂ ਆਪਣੇ ਪਿੰਡ ਦੇ ਬੱਚਿਆਂ ਨੂੰ ਉਹ એનર્ਜੀ ਕਿਉਂ ਨਹੀਂ ਦੇ ਸਕਦੇ? ਹੁਣ ਸਵਾਲ ਪੈਦਾ ਹੁੰਦਾ ਕਿ ਉਦਾਂ ਦਾ ਇੱਕ ਟੀਚਰ ਲੱਭਿਆ ਜਾਵੇ ਜਿਸ ਦੇ ਵਿੱਚ ਉਹ એનર્ਜੀ ਹੋਵੇ। ਬਿਲਕੁਲ। ਉਸ ਟੀਚਰ ਨੂੰ ਲਾ ਕੇ 4 ਬੰਦੇ ਇਕੱਠੇ ਹੋ ਕੇ ਤੁਸੀਂ ਇੱਕ ਸੰਸਥਾ ਇਦਾਂ ਦੀ ਬਣਾਓ, 4 ਕਮਰੇ ਬਣਾਓ, ਉੱਥੇ ਤੁਸੀਂ ਪਰਸਨਲ ਡਿਵੈਲਪਮੈਂਟ ਵਾਸਤੇ ਆਪਣੇ ਪਿੰਡ ਦੇ ਬੱਚਿਆਂ ਨੂੰ ਇਨਰੋਲ ਕਰੋ। ਫੀਸ ਲਓ, 10 ਰੁਪਏ ਲਓ, 20 ਲਓ, ਫੀਸ ਜ਼ਰੂਰ ਲਓ। ਉਹਨਾਂ ਨੂੰ ਉੱਥੇ ਬੁਲਾਓ, ਤਾਂ ਹਫ਼ਤੇ ਦੇ ਵਿੱਚ 1 ਦਿਨ ਤੁਸੀਂ ਸਿਰਫ ਉਹਨਾਂ ਦੇ ਬ੍ਰੇਨ ਨੂੰ ਕਲੀਨ ਕਰਨਾ, ਜੋ ਉਹਨਾਂ ਨਾਲ ਕਾਉਂਸਲਿੰਗ ਕਰਕੇ ਜੋ ਰਬਿਸ਼ ਉਹਨਾਂ ਦੇ ਆਇਆ, ਪਿਓ ਨੇ ਘਰੇ ਆ ਕੇ ਦਾਰੂ ਪੀ ਕੇ ਗਾਲਾਂ ਦਿੱਤੀਆਂ ਮਾਂ ਨੂੰ, ਮਾਂ ਨੇ ਪਿਓ ਨੂੰ ਗਾਲਾਂ ਦਿੱਤੀਆਂ, ਭਾਂਡੇ ਖੜ ਕੇ, ਉਹ ਸਾਰੀਆਂ ਚੀਜ਼ਾਂ ਨੂੰ ਸੈਕੰਡਰੀ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਤਰੱਕੀ। ਦੇਖੋ ਜੀ, ਇੱਕ ਚੀਜ਼ ਬੜੀ ਜਿਹੜੀ ਇੰਪੋਰਟੈਂਟ ਆ ਜ਼ਿੰਦਗੀ 'ਚ ਜਾਣਨੀ, ਜੇ ਤੁਸੀਂ ਕਰੋੜਾਂ ਦਾ ਸੁਪਨਾ ਨਹੀਂ ਲਓਗੇ ਤਾਂ ਕਰੋੜਪਤੀ ਕਦੇ ਬਣ ਹੀ ਨਹੀਂ ਸਕਦੇ। ਠੀਕ ਹੈ ਨਾ? ਜੇ ਤੁਸੀਂ ਸੁਪਨਾ ਹੀ ਇਹ ਲੈਤਾ ਕਿ ਵੀ ਮੇਰੇ ਕੋਲੇ ਸਕੂਟਰ ਆ ਜਾਏ ਮੈਂ ਤਾਂ ਖੁਸ਼ ਆ ਜ਼ਿੰਦਗੀ 'ਚ, ਉਹਨੂੰ ਸਕੂਟਰ ਹੀ ਮਿਲੂਗਾ। ਜੇ ਉਸ ਬੱਚੇ ਨੂੰ ਅਸੀਂ ਜਹਾਜ਼ ਦਿਖਾਵਾਂਗੇ, ਬਣਾਵਾਂਗੇ, ਤਾਂ ਉਹ ਦਿਮਾਗ 'ਚ ਸੁਪਨੇ ਲੈਣ ਲੱਗੂਗਾ, ਤਾਂ ਹੀ ਅੱਗੇ ਵਧੂਗਾ। ਸੋ ਦੈਟਸ ਸੋ ਇੰਪੋਰਟੈਂਟ। ਬਿਲਕੁਲ ਜੀ, ਇਹ ਹੀ ਸਿਆਣੇ ਕਹਿੰਦੇ ਨੇ ਵੀ ਜੇ ਤਰੱਕੀ ਕਰਨੀ ਹੈ ਫਿਰ ਤੁਹਾਨੂੰ ਤਾਹਾਂ ਦੇਖ ਕੇ ਕਰਨੀ ਪਊਗੀ, ਵੀ ਫਲਾਣੇ ਬੰਦੇ ਕੋਲ ਆਹ ਗੱਡੀ ਹੈ ਤੇ ਮੇਰੇ ਕੋਲ ਆ, ਤੇ ਮੈਂ ਵੀ ਮਿਹਨਤ ਕਰਕੇ ਤੇ ਉਹਦੇ ਨਾਲ ਦੀ ਗੱਡੀ ਲਵਾਂ। ਜੇ ਤੁਸੀਂ ਸੈਟੀਸਫਾਈ ਹੋਣਾ ਵੀ ਨਹੀਂ ਰੱਬ ਦਾ ਸ਼ੁਕਰ ਹੈ, ਤੇ ਫਿਰ ਤੁਸੀਂ ਆਪਣੇ ਤੋਂ ਥੱਲੇ ਨੂੰ ਦੇਖ ਕੇ ਹੋ ਸਕਦੇ ਮੇਰੇ ਕੋਲ ਤਾਂ ਕਾਰ ਪਾਈ, ਉਹਦੇ ਕੋਲ ਵਿਚਾਰੇ ਕੋਲ ਸਕੂਟਰ ਹੀ ਹੈਗਾ। ਸੋ ਤਰੱਕੀ ਕਰਨ ਵਾਸਤੇ ਤਾਂ ਜ਼ਰੂਰ ਹੈ ਕੁਛ ਨਾ ਕੁਛ ਚਾਹੀਦਾ। ਅੱਛਾ, ਇੱਕ ਜਿਹੜੀ ਹੋਰ ਬਹੁਤ ਅਹਿਮ ਗੱਲ ਹੈਗੀ ਆ ਜਿੱਤੇ ਅਸੀਂ ਹੁਣ ਗੱਲ ਕਰਾਂਗੇ ਬ੍ਰੇਕ 'ਤੇ ਜਾਣ ਤੋਂ ਬਾਅਦ ਵੀ, ਕਿ NRI ਜਿਹੜੇ ਨੇ ਉਹ ਪੰਜਾਬ ਦੇ ਵਿੱਚ 2 ਤਰ੍ਹਾਂ ਦੀ ਇਨਵੈਸਟਮੈਂਟ ਕਰਦੇ ਨੇ। ਇੱਕ ਤਾਂ ਉਹ ਹੈ ਕਿ ਉਹ ਕੋਈ ਇਹੋ ਜਿਹੀ ਚੀਜ਼ ਬਣਾ ਦਿੰਦੇ ਨੇ ਆਪਦੇ ਪਿੰਡ ਦੇ ਵਿੱਚ, ਕੁਛ ਹੁੰਦੀ ਜਿਹਦਾ ਆਮ ਲੋਕਾਂ ਨੂੰ ਫਾਇਦਾ ਹੁੰਦਾ। ਕਿਸੇ ਨੇ ਕੋਈ ਪਾਰਕ ਬਣਾਤਾ, ਕਿਸੇ ਨੇ ਕੁਛ ਬਣਾਤਾ, ਕਿਸੇ ਨੇ ਉਹ ਲਵਾਤਾ, RO ਲਵਾਤਾ, ਕਿਸੇ ਨੇ ਕੁਛ ਲਵਾਤਾ, ਇਹ ਖਰਚਾ ਕਰਦੇ ਨੇ। ਇੱਕ ਇਨਵੈਸਟਮੈਂਟ ਬਿਜ਼ਨਸ ਦੇ ਪਰਪਸ ਦੇ ਤੌਰ ਤੇ ਕਰਦੇ ਨੇ। ਬਹੁਤ ਸਾਰੇ ਲੋਕ ਤੁਹਾਡੇ ਆਸਟ੍ਰੇਲੀਆ 'ਚੋਂ ਵੀ ਹੋ ਸਕਦਾ ਕਰਦੇ ਹੋਣ, ਤੇ ਉਹਨਾਂ ਦਾ ਕੀ ਤਜਰਬਾ ਹੈਗਾ ਜਿਨ੍ਹਾਂ ਨੇ ਬਿਜ਼ਨਸ ਦੇ ਤੌਰ ਤੇ ਆਪਣੇ ਉੱਥੇ ਕਿਸੇ ਭੈਣ ਭਰਾ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਆਲਾ ਜੀ ਮੈਂ ਲਾਤੇ 3 ਕਰੋੜ ਰੁਪਈਆ ਲਾਤਾ ਇੱਥੇ, ਤੇ ਹੁਣ ਤੂੰ ਮਹੀਨੇ ਦੀ ਕਮਾਈ ਕਰਕੇ ਦੇ ਦੀ। ਤਾਂ ਉਦੋਂ ਕਾਗਜ਼ਾਂ ਦੇ ਵਿੱਚ ਇਹ ਵੀ ਹੋ ਜਾਂਦਾ ਜੀ 50,000 ਰੁਪਈਆ ਤੁਹਾਡੀ ਮਹੀਨੇ ਦੀ ਤਨਖਾਹ ਹੈਗੀ ਉੱਥੇ ਬੈਠਿਆਂ ਦੀ, ਆ ਵੀ ਹੈਗਾ ਉਹ ਵੀ ਹੈਗਾ। ਤੇ ਉਹ ਫਿਰ ਬਾਅਦ ਦੇ ਵਿੱਚ ਪਤਾ ਲੱਗਦਾ ਜੀ ਮਤਲਬ ਹੋਰ ਪੈਸੇ ਭੇਜੋ, ਆਹ ਕੰਮ ਰਹਿ ਗਿਆ,
ਹੋਰ ਪੈਸੇ ਭੇਜੋ ਤੇ ਉਹ ਤੋਂ ਮਤਲਬ ਇੱਕ ਦੀਵਾਨੀ ਵੀ ਕਿਸੇ ਨੂੰ ਵਾਪਸ ਨਹੀਂ ਆਉਂਦੀ। ਮੈਂ ਇੱਕ ਵਾਰੀ ਪ੍ਰੋਗਰਾਮ ਇਹ ਕੀਤਾ ਸੀਗਾ, ਕਾਲਾਂ ਲੋਕਾਂ ਦੀਆਂ ਬਹੁਤ ਆਈਆਂ, ਸਾਰਿਆਂ ਨੇ ਦੱਸਿਆ ਜੀ ਮੈਂ 2 ਕਰੋੜ ਲਾਇਆ, ਮੈਂ 5 ਕਰੋੜ ਲਾਇਆ, ਮੈਂ 7 ਕਰੋੜ ਲਾਇਆ। ਤੇ ਮੈਂ ਕਿਹਾ ਵੀ ਕੋਈ ਉਧਰੋਂ ਮੁੜ ਕੇ ਤੁਹਾਡੇ ਅਕਾਊਂਟ 'ਚ ਪੈਸਾ ਪਿਆ ਹੋਵੇ, ਕਹਿੰਦੇ ਜੀ ਉਹ ਅਜੇ ਤੱਕ ਨਹੀਂ ਹੋਇਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ, ਤੁਹਾਡਾ ਕੀ ਤਜਰਬਾ ਹੈ? ਮੇਰੇ ਖਿਆਲ ਦੇ ਵਿੱਚ ਇੰਡੀਆ ਵਾਲਿਆਂ ਦਾ ਇੰਨਾ ਕਸੂਰ ਨਹੀਂ ਹੈ ਜੀ ਉਸ ਦੇ ਵਿੱਚ, ਕਿਉਂਕਿ ਅਸੀਂ ਉਸ ਡਿਸੀਜਨ ਨੂੰ ਇਮੋਸ਼ਨਲ ਗਰਾਊਂਡ ਦੇ ਉੱਪਰ ਲੈਤਾ। ਸਾਡਾ ਹਰ ਇੱਕ ਚੀਜ਼ ਦੇ ਵਿੱਚ, ਜਦੋਂ ਵੀ ਕੋਈ ਚੀਜ਼ ਆ, ਜਿਹੜਾ ਬੰਦਾ ਇੱਕ ਖੇਤ ਦੇ ਵਿੱਚ ਜਾਂਦਾ ਹਰ ਰੋਜ਼ ਉਸ এনवायरमेंट ਦੇ ਵਿੱਚ ਰਹਿੰਦਾ ਹੈਗਾ, ਤਾਂ ਉਸ ਤੋਂ ਤੁਸੀਂ ਇੱਥੋਂ ਦੇ এনवायरमेंट ਗੈਪ, ਥਾਟ ਦਾ ਗੈਪ ਤਾਂ ਦੇਖੋ ਨਾ। ਤੁਸੀਂ ਜਦੋਂ ਅਸੀਂ ਵਿਦੇਸ਼ ਦੇ ਵਿੱਚ ਆਉਣੇ ਆ, ਸਾਨੂੰ ਤੇ ਜਿਹੜਾ 10 ਸਾਲ ਪਹਿਲਾਂ ਹੋਇਆ ਉਹਨਾਂ ਦੇ ਸੋਚਣ ਦੇ ਤਰੀਕੇ ਦੇ ਵਿੱਚ ਫਰਕ ਹੈ। ਸੋ ਤੁਸੀਂ 10 ਸਾਲ ਬਾਅਦ ਤੁਹਾਡੇ ਕੋਲ ਪੈਸਾ ਆ ਗਿਆ, ਤਾਂ ਜਿਹੜਿਆਂ ਨੂੰ ਤੁਸੀਂ ਛੱਡ ਕੇ ਆਏ ਹੋ ਉਹ ਤਾਂ 10 ਸਾਲ ਪਿੱਛੇ ਦਾ ਸੋਚ ਰਹੇ ਨੇ ਨਾ, ਪਿੱਛੇ ਜਾਂ ਅੱਗੇ ਦੀ ਗੱਲ ਛੱਡ ਦਿਓ, ਮਤਲਬ ਉਹ ਡਿਫਰੈਂਟ ਏਰੀਆ 'ਚ ਸੋਚ ਰਹੇ ਨੇ। ਸੋ ਤੁਹਾਡੀ ਥਾਟ ਹੀ ਨਹੀਂ ਮਿਲ ਰਹੀ। ਤੁਸੀਂ ਆਪਣੇ ਕੰਮ ਨੂੰ ਜਿਸ ਤਰ੍ਹਾਂ, ਜਿੱਥੇ ਉਹਦੀ ਮਾਰਕੀਟ ਕਰ ਰਹੇ ਹੋ ਕੰਮ ਦੀ, ਜਿਸ ਵਾਸਤੇ ਜਿੱਥੇ ਤੁਸੀਂ, ਉੱਥੇ ਉਹਦੇ ਨਾਲ ਉਹਦੀ ਥਾਟ ਨਹੀਂ ਮਿਲ ਰਹੀ, ਉਹ ਤੁਹਾਨੂੰ ਕਿੱਦਾਂ ਆਊਟਪੁੱਟ ਦੇ ਦੇਣਗੇ? ਉਹ ਆਊਟਪੁੱਟ ਤੁਹਾਨੂੰ ਦੇ ਹੀ ਨਹੀਂ ਸਕਦੇ। ਤੁਹਾਨੂੰ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਇਮੋਸ਼ਨਲ ਗਰਾਊਂਡ ਤੇ ਨਹੀਂ ਸੋਚਣਾ ਚਾਹੀਦਾ। ਤੁਹਾਨੂੰ ਯੈਸ ਸਪੋਰਟ ਕਰੋ ਤੁਸੀਂ ਆਪਣੇ, ਜਿੱਦਾਂ ਹੁਣ ਮੈਂ, ਮਤਲਬ ਜੇ ਮੈਂ ਆਈਡੀਆ ਇੱਕ ਸ਼ੇਅਰ ਕਰਾਂ ਤੁਹਾਡੇ ਨਾਲ, ਤਾਂ ਆਸਟ੍ਰੇਲੀਆ ਦੇ ਵਿੱਚ ਜੇ ਕੋਈ ਬੰਦਾ ਇਨਵੈਸਟ ਕਰਨਾ ਚਾਹੁੰਦਾ ਬਿਜ਼ਨਸ ਦੇ ਵਿੱਚੋਂ, ਤਾਂ ਆਸਟ੍ਰੇਲੀਆ ਦੇ ਵਿੱਚ ਤਾਂ ਮੈਨੂੰ ਪਤਾ ਹੋਰ ਕੰਟਰੀਜ਼ ਦੇ ਵਿੱਚ ਵੀ ਹੋਊਗਾ, ਤੇ ਇੰਡੀਆ ਜਾਂ ਪੰਜਾਬ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ, ਇੱਥੋਂ ਦੇ ਕੱਪੜੇ ਦੀ ਜਿਹੜੀ ਵੈਲਿਊ ਆ ਉਹ ਦੁਨੀਆ ਦੇ ਵਿੱਚ ਸਭ ਤੋਂ ਬੈਸਟ ਆ। ਬਿਲਕੁਲ। ਸੋ ਜੇ ਤੁਸੀਂ ਕੱਪੜੇ ਦੀ ਕੋਈ ਆਪਣੇ ਏਰੀਆ ਦੇ ਵਿੱਚ, ਜੇ ਤੁਸੀਂ 100 ਕਿੱਲੇ ਦੇ ਵਿੱਚ ਕਪਾਹ ਦੀ ਫਸਲ ਕਰਵਾ ਦਿੰਦੇ ਹੋਗੇ, ਤੇ ਤੁਸੀਂ ਉਹਨਾਂ ਨੂੰ ਗਾਰੰਟੀ ਦੇ ਦਿੰਦੇ ਹੋ ਕਿ ਅਸੀਂ ਇੱਕ ਛੋਟੀ ਫੈਕਟਰੀ ਲੱਗੀ ਆ ਜਿਹਦੇ ਵਿੱਚੋਂ ਕੱਪੜੇ ਦੇ ਪ੍ਰੋਡਕਟ ਤਿਆਰ ਹੁੰਦਾ, ਟਾਵਲ ਵੀ ਹੋ ਸਕਦਾ, ਕੁਝ ਵੀ ਹੋ ਸਕਦਾ, ਤੁਸੀਂ ਇੱਕ ਛੋਟੀ ਜਿਹੀ ਕੰਪਨੀ ਨਾਲ ਵੀ ਆਪਣੇ ਕੰਟਰੀ ਦੇ ਵਿੱਚ ਕੰਟਰੈਕਟ ਸਾਈਨ ਕਰ ਲੈਂਦੇ ਹੋ। ਤੁਸੀਂ ਉੱਥੇ 10 EMPLOYEES ਨੂੰ, 20 EMPLOYEES ਨੂੰ, 100 EMPLOYEES ਨੂੰ ਜੌਬ ਦੇਤੀ ਆ, ਤੇ ਪਲੱਸ ਤੁਸੀਂ ਕਿਸਾਨਾਂ ਨੂੰ ਵੀ ਬਚਾ ਲਿਆ ਉਸ ਪਾਸੋਂ, ਜਿਹੜੀ ਉਹ ਖੇਤੀ ਦਾ ਸਾਈਕਲ ਹੈਗਾ, ਤੇ ਤੁਸੀਂ ਇੱਕ ਤੀਰ ਦੇ ਨਾਲ ਕਿੰਨੇ ਕੰਮ ਕਰ ਲਏ ਨੇ, ਤੇ ਨਾਲ ਤੁਹਾਨੂੰ ਪ੍ਰੋਫਿਟ ਵੀ ਆ ਰਿਹਾ ਹੈ ਨਾ। ਸੋ ਡਿਸੀਜਨ ਕਿ ਜਦੋਂ ਅਸੀਂ ਇਨਵੈਸਟ ਕਰਦੇ ਹਾਂ, ਤੁਸੀਂ ਡਿਸੀਜਨ ਤੁਸੀਂ ਲੈਣਾ, ਡਿਸੀਜਨ ਨਹੀਂ ਉਹ ਲੈ ਸਕਦੇ। ਬਿਲਕੁਲ ਜੀ, ਬਿਲਕੁਲ। ਅਸੀਂ ਹੋਰ ਵੀ ਗੱਲਬਾਤ ਕਰਾਂਗੇ ਜੀ ਇਸੇ ਟੌਪਿਕ ਤੇ, ਤੁਸੀਂ ਇਸ ਤਰ੍ਹਾਂ ਨਾਲ ਬਣੇ ਰਹੋ। ਤੇ ਹੋਰ ਵੀ 2-4 ਟੌਪਿਕ ਹੈਗੇ ਨੇ ਮੇਰੇ ਦਿਮਾਗ ਵਿੱਚ, ਸਵਾਲ ਹੈਗੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ, ਉਹ ਵੀ ਆਪਾਂ ਨੂੰ ਕੋਈ ਵੀ ਕੋਈ ਸਵਾਲ ਕਰਨਾ ਚਾਹੁੰਦੇ ਅਸੀਂ ਜਾਂ ਕੁਝ ਕਰਨਾ ਚਾਹੁੰਦੇ, ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਤੇ ਕਰ ਸਕਦੇ ਹੋ ਤੁਸੀਂ। ਮੇਰਾ ਸੈੱਲ ਨੰਬਰ ਵੀ ਸਾਰਾ ਕੋਲੇ ਹੈਗਾ। ਅੱਜ ਦਾ ਪ੍ਰੋਗਰਾਮ ਰੋਬੀ ਬੈਨੀਪਾਲ ਦੇ ਨਾਲ ਆਸਟ੍ਰੇਲੀਆ ਤੋਂ ਤੁਹਾਡੇ ਰੂਬਰੂ ਕਰ ਰਹੇ ਹਾਂ। ਫਿਲਹਾਲ ਬ੍ਰੇਕ ਲੈਣੇ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਅੱਜ ਦਾ ਪ੍ਰੋਗਰਾਮ ਤੁਹਾਡੇ ਨਾਲ ਕਰ ਰਹੇ ਹਾਂ ਜੀ, ਤੇ ਰੋਬੀ ਬੈਨੀਪਾਲ ਸਾਹਿਬ ਸਾਡੇ ਨਾਲ ਜੁੜੇ ਨੇ। ਦੁਬਾਰਾ ਫਿਰ ਉਹਨਾਂ ਨਾਲ ਜੁੜਦੇ ਹਾਂ, ਜਾਣਦੇ ਹਾਂ ਉਹਨਾਂ ਕੋਲੋਂ ਹੋਰ ਗੱਲਾਂ ਜੀ। ਰਵੀ ਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹਨੂੰ ਥੋੜ੍ਹੇ ਅੱਗੇ ਹੋਰ ਤੋਰ ਕੇ ਫਿਰ ਆਪਾਂ ਵਿਸ਼ਾ ਚੇਂਜ ਕਰਾਂਗੇ ਥੋੜ੍ਹਾ ਜਿਹਾ। ਇਹ ਜਿਹੜੀ ਇਨਵੈਸਟਮੈਂਟ ਦੇ ਅਸੀਂ ਖਰਚੇ ਦੀ ਗੱਲ ਕੀਤੀ ਆ, ਤੇ ਬਾਹਲੇ ਲੋਕ ਸਾਡੇ ਮੇਰੇ ਹਿਸਾਬ ਨਾਲ ਜਿਹੜੀ ਕੋਈ ਇਨਵੈਸਟਮੈਂਟ ਕਰਦੇ ਨੇ ਜਾਂ ਲਾਉਂਦੇ ਨੇ, ਉਹ ਕਾਫੀ ਹੱਦ ਤੱਕ ਤਾਂ ਜਿਹੜੇ ਹੈਗੇ ਨੇ ਵਾਕਿਆ ਹੀ ਦਿਲੋਂ ਸੇਵਾ ਕਰਨੀ ਚਾਹੁੰਦੇ ਉਹ ਨੇ, ਤੇ ਕੁਛ ਇੱਕ ਹੈਗੇ ਨੇ ਦਿਖਾਵੇ ਵਾਸਤੇ। ਲਾਈਕ ਪਿੰਡ ਦੇ ਵਿੱਚ ਦੇਖੋ ਮੈਂ ਆ ਕੀਤਾ, ਔਰ ਉਹਨਾਂ ਨੇ ਦਿਖਾਵਾ ਵੀ ਵਾਹਵਾ ਕਰਨਾ ਹੁੰਦਾ। ਤੁਹਾਡੇ ਵੀ ਹੋਊਗਾ, ਇੱਧਰਲੇ ਮੁਲਕਾਂ 'ਚ ਵੀ ਹੈਗਾ, ਵੀ ਪਿੰਡ ਦੇ ਵਿੱਚ ਵੀ ਲੱਖ ਰੁਪਈਆ ਦਿੱਤਾ ਤੇ ਉਹਦਾ ਇੱਧਰਲੀਆਂ ਅਖਬਾਰਾਂ ਦੇ ਵਿੱਚ ਵੀ ਚਰਚਾ ਹੋਣਾ, ਤੇ ਉੱਧਰਲੀਆਂ ਵਿੱਚ ਵੀ ਹੋਣਾ, ਤੇ ਟੀਵੀਆਂ 'ਤੇ ਵੀ ਹੋਣਾ ਬਣਦਾ। ਤੇ ਜਿਹੜੇ ਸੱਚੇ ਦਿਲੋਂ ਕਰਨਾ ਚਾਹੁੰਦੇ ਨੇ ਪੰਜਾਬ ਵਾਸਤੇ, ਸੱਚੇ ਦਿਲੋਂ ਕਰਨ ਵਾਲੇ ਦੀਆਂ ਸੰਸਥਾਵਾਂ ਨੇ ਬਣੀਆਂ ਬਹੁਤ ਸਾਰੀਆਂ। ਤੁਹਾਡੀ ਸੰਸਥਾ ਦਾ ਜ਼ਿਕਰ ਵੀ ਮੈਂ ਕਰੂੰਗਾ। ਤੁਸੀਂ ਵੀ ਸੱਚੇ ਮਨੋਂ ਲੱਗੇ ਹੋ, ਸੱਚੇ ਦਿਲੋਂ ਲੱਗੇ ਹੋ, ਬਿਨਾਂ ਕਿਸੇ ਲਾਲਚ ਦੇ ਲੱਗੇ ਹੋ। ਪਰ ਇਹਨਾਂ ਸੰਸਥਾਵਾਂ ਦਾ ਵੀ ਰੈਪੂਟੇਸ਼ਨ ਜਾਂ ਇਮੇਜ ਬਹੁਤ ਸਾਰੀਆਂ ਸੰਸਥਾਵਾਂ ਦੂਜੀਆਂ ਨੇ ਇਹੋ ਜਿਹੀ ਬਣਾਤੀ, ਤੇ ਲੋਕਾਂ ਨੂੰ ਲੱਗਣ ਲੱਗ ਪੈਂਦਾ ਵੀ ਸਾਰੇ ਇੱਕੋ ਜਿਹੇ ਹੋਣੇ ਆ। ਇਹਦਾ ਕੀ ਹਾਲ ਹੈ? ਦੇਖੋ, ਈਵਨ ਮੈਂ ਆਸਟ੍ਰੇਲੀਆ ਦੇ ਵਿੱਚ ਕੰਮ ਕਰਦਾ, ਬਰਾਊਨ ਸਕਿਨ ਆ ਮੇਰੀ। ਇੱਥੇ ਜਿਸ ਇੰਡਸਟਰੀ ਦੇ ਵਿੱਚ, ਐਜੂਕੇਸ਼ਨ ਇੰਡਸਟਰੀ ਦੇ ਵਿੱਚ ਹਾਂ ਮੈਂ, ਤਾਂ ਉਸ ਬਰਾਊਨ ਸਕਿਨ ਨਾਲ ਨੂੰ ਰੈਪਰਜੈਂਟ ਕਰਦਿਆਂ ਨੇ ਕੁਝ ਮਿਲੀਅਨਸ, ਟ੍ਰਿਲੀਅਨਸ, ਬਿਲੀਅਨਸ ਡਾਲਰਸ ਜਿਹੜੇ ਕਪਲਾ ਕੀਤਾ ਇੱਥੇ ਪਾਸਟ ਦੇ ਵਿੱਚ, ਪੈਸੇ ਕਮਾਏ, ਬਿਗ ਨਿਊਜ਼ ਦੇ ਉੱਪਰ ਆਏ, ਤਾਂ ਉਸ ਦੀ ਵਜ੍ਹਾ ਦੇ ਨਾਲ ਸਾਨੂੰ ਉਸ ਹਾਰਡਨੈਸ ਵਿੱਚ ਦੀ ਜਾਣਾ ਪੈਂਦਾ। ਸੋ ਜੇ ਲੈਵਲ 5 ਤੱਕ ਇੱਕ ਬੰਦਾ ਪ੍ਰੂਵ ਕਰਦਾ ਜਿਹੜਾ ਵਾਈਟ ਸਕਿਨ ਦਾ, ਤਾਂ ਬਰਾਊਨ ਸਕਿਨ ਵਾਲੇ ਨੂੰ ਲੈਵਲ 8 ਜਾਂ 10 ਤੱਕ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ। ਉਹ ਤਾਂ ਚੈਲੰਜ ਹੋਊਗਾ ਹੀ। ਜਦੋਂ ਤੁਸੀਂ ਆਊਟ ਆਫ ਬਾਕਸ ਜਾ ਕੇ ਕੋਈ ਕੰਮ ਕਰੋਗੇ, ਤੁਹਾਨੂੰ ਉਹ ਚੈਲੰਜ ਐਕਸੈਪਟ ਕਰਨਾ ਪੈਣਾ ਹੀ ਹੈ। ਜਦੋਂ ਤੁਸੀਂ ਪੰਜਾਬ 'ਚ ਜਾ ਕੇ ਇਨਵੈਸਟਮੈਂਟ ਕਰ ਰਹੇ ਹੋ, ਚਾਹੇ ਆਪਣੇ ਥਾਟ ਦੀ ਕਰ ਰਹੇ ਹੋ, ਚਾਹੇ ਤੁਸੀਂ ਉਹਨਾਂ ਨੂੰ ਸਿੱਧਾ ਰਸਤਾ ਦਿਖਾਉਣ ਦੀ ਕਰ ਰਹੇ ਹੋ, ਜਿਹੜਾ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਨੂੰ ਸਿੱਧਾ ਰਸਤਾ ਦਿਖਾਉਣ, ਕਿਉਂਕਿ ਤੁਸੀਂ ਉਸ ਰਸਤੇ ਤੇ ਜਾ ਕੇ ਆ ਗਏ ਹੋ, ਤੁਹਾਨੂੰ ਪਤਾ ਲੱਗ ਗਿਆ ਕਿ ਉੱਥੇ ਤੱਕ ਜਾਵਾਂਗੇ ਤਾਂ ਇਸ ਰਸਤੇ ਤੇ ਅੱਗੇ ਜਾ ਕੇ ਭਾਈ ਹਰਿਆਲੀ ਹੈਗੀ
ਆ ਤਾਂ ਇੱਧਰ ਗੁੱਡ ਬਰੀਥਿੰਗ ਆਊਗੀ, ਪਰ ਉਹ ਤਾਂ ਨਹੀਂ ਨਾ ਗਏ। ਉਹਨਾਂ ਨੂੰ ਸਮਝਾਉਣ ਵਾਸਤੇ ਕਿ ਤੁਹਾਡੇ ਵਾਸਤੇ, ਤੁਹਾਡੇ ਕੋਲ ਉਹ ਹੈ ਥਾਟਸ ਹੈ ਜਾਂ ਤੁਹਾਡੇ ਕੋਲ ਟੈਕਨੀਕਸ ਜਾਂ ਪਾਲਿਸੀ ਪ੍ਰੋਸੀਜਰ ਹੈ, ਸਾਰਾ ਕੁਝ ਉਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ। ਜਦੋਂ ਇੱਕ ਏਦਾਂ ਦਾ ਬਿਜ਼ਨਸਮੈਨ ਹੈਗਾ ਜਿਹੜਾ ਸਿਰਫ ਪੈਸੇ ਕਮਾਉਣ ਜਾਂਦਾ ਉੱਥੇ ਜੀ, ਜਿਹੜਾ ਸਿਰਫ ਉਹਨੂੰ ਕੁਝ ਨਹੀਂ ਲੈਣਾ ਇਮੋਸ਼ਨਸ ਦੇ ਨਾਲ, ਉਹ ਜਿਹੜਾ ਬਿਜ਼ਨਸਮੈਨ ਹੈਗਾ ਉਹਨੂੰ ਹੱਥ ਮੰਨ ਕੇ ਇਹੀ ਬੇਨਤੀ ਹੈ ਕਿ ਹੋਰ ਬਹੁਤ ਸਾਰਾ ਤੁਹਾਡਾ ਆਪਣਾ ਮੁਲਕ ਹੀ ਹੈ, ਤੁਸੀਂ ਉੱਥੇ ਕਮਾ ਲਓ ਤੁਸੀਂ, ਬਿਕੋਜ਼ ਦੂਜੇ ਨੇ ਜਿਹੜੇ ਉਹ ਬਹੁਤ ਬੈਡਲੀ ਇੰਪੈਕਟ ਹੁੰਦੇ ਨੇ ਜਿਹੜੇ ਸਰਵਿਸ ਕਰਨਾ ਚਾਹੁੰਦੇ। 80% ਮੈਂ ਸਮਝਦਾਗਾ 80-90% ਇਹੋ ਜਿਹੇ ਲੋਕ ਨੇ ਜਿਹੜੇ ਦਿਲੋਂ ਸੋਚਦੇ ਨੇ ਔਰ ਉਸ ਤੋਂ ਜਾ ਕੇ ਬਾਅਦ ਚ ਜਾ ਕੇ ਉੱਥੇ ਪੈਸਾ ਲਾਉਂਦੇ ਨੇ, ਔਰ ਉਹਨਾਂ ਨੂੰ ਜਿਹੜੀ ਆਊਟਪੁੱਟ ਸਹੀ ਨਹੀਂ ਆਉਂਦੀ। ਕੋਈ ਵੀ ਚੀਜ਼ ਆ ਜੀ, ਜਦੋਂ ਡਿਸਪੁਆਇੰਟਡ ਹੁੰਦਾ ਨਾ ਇੱਕ ਬੰਦਾ, ਜੇ ਕਿਸੇ ਤੋਂ ਵੀਜ਼ਾ ਲਵਾ ਰਹੇ ਹਾਂ ਅਸੀਂ ਜਾਂ ਕੋਈ ਵੀਜ਼ੇ ਦਾ ਕੰਮ ਕਰ ਰਿਹਾ, ਜਿਹੜਾ ਡਿਸਪੁਆਇੰਟਡ ਹੋ ਗਿਆ ਕਿਰਾ, ਉਹ 10 ਬੰਦਿਆਂ ਨੂੰ ਕਹੂਗਾ ਕਿ ਉੱਥੇ ਨਾ ਜਾਈਂ ਤੇ ਜਿਹੜਾ ਸੈਟੀਸਫਾਈ ਹੋ ਗਿਆ ਉਹ ਹੋ ਸਕਦਾ ਜੇ ਰੌਲਾ ਨਾ ਪਾਵੇ। ਸੋ ਡਿਸਪੁਆਇੰਟਮੈਂਟ ਨਹੀਂ ਹੋਣੀ ਚਾਹੀਦੀ ਇਸ ਉਹਦੇ ਵਿੱਚ। ਇਹ ਗਵਰਨਮੈਂਟਸ ਨੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਗਵਰਨਮੈਂਟਸ ਨੇ ਜਾਂ ਲੋਕਲ ਗਵਰਨਮੈਂਟਸ ਨੇ ਉੱਥੋਂ ਦੀਆਂ, ਉਹਨਾਂ ਨੂੰ ਸਾਡੇ ਇਸ ਸੈਕਸ਼ਨ ਵੱਲ ਐਜ਼ ਐਨ ਆਰ ਆਈ ਇਸ ਸੈਕਸ਼ਨ ਵੱਲ ਜ਼ਰੂਰ, ਇਸ ਏਰੀਆ ਵੱਲ ਸੋਚਣਾ ਚਾਹੀਦਾ ਕਿ ਸਾਡੀ ਇਮੋਸ਼ਨਲ, ਬਿਕੋਜ਼ ਸਾਡੇ ਕੋਲੇ ਉਹੀ ਤਾਂ ਹੈ ਕਿ ਕਨੈਕਸ਼ਨ ਜੀ, ਜਿਹਦੀ ਵਜ੍ਹਾ ਦੇ ਨਾਲ ਜਦੋਂ ਹੁਣ ਅਸੀਂ 10-10 20-20 ਸਾਲਾਂ ਤੋਂ ਤੁਹਾਡੀ ਅੱਧੀ ਉਮਰ ਇੱਥੇ ਲੰਘ ਚੁੱਕੀ ਆ, ਉਹਨਾਂ ਕੰਟਰੀਜ਼ ਦੇ ਸਿਟੀਜ਼ਨ ਹੋ, ਫਿਰ ਵੀ ਮੈਨੂੰ ਲੱਗਦਾ ਇੱਕ ਪੰਜਾਬੀ ਹੀ ਹੈ, ਇੱਕ ਪੰਜਾਬੀ, ਮੈਂ ਇੰਡੀਆ ਵੀ ਨਹੀਂ ਕਹੂੰਗਾ, ਸਾਊਥ ਇੰਡੀਅਨ ਨਹੀਂ ਉਹਦਾ ਕਰਦੇ, ਹੋਰ ਕੰਟਰੀਜ਼ ਵਾਲੇ, ਹੋਰ ਸਟੇਟਸ ਵਾਲੇ ਨਹੀਂ ਕਰਦੇ, ਇੱਕ ਪੰਜਾਬੀ ਹੀ ਦੁਨੀਆ ਦੇ ਵਿੱਚ ਇਹੋ ਜਿਹੀ ਕੌਮ ਆ, ਉਹਦੀ ਸੈਕੰਡ ਜਨਰੇਸ਼ਨ ਵੀ ਆਪਣੇ ਪੰਜਾਬ ਵਾਸਤੇ ਦਿਲ ਧੜਕਦਾ ਕਿ ਉਹ ਆਪਣੇ DNA ਰਾਹੀਂ ਵੀ ਅੱਗੇ ਆਪਣੇ ਜੀਨਸ ਦੇ ਵਿੱਚ ਉਹ ਚੀਜ਼ ਛੱਡ ਜਾਂਦਾ। ਸੋ ਇਹ ਕਿੱਡੀ ਵੱਡੀ ਦਾਤ ਸਾਨੂੰ ਮਿਲੀ ਹੋਈ ਹੈ ਕੁਦਰਤ ਵੱਲੋਂ ਜਾਂ ਸਾਡੇ ਬਾਬੇ ਵੱਲੋਂ, ਔਰ ਉਸ ਨੂੰ ਯੂਟਿਲਾਈਜ਼ ਪ੍ਰੋਪਰਲੀ ਕਰਨ ਵਾਸਤੇ ਉਹਨਾਂ ਨੂੰ ਸਪੈਸ਼ਲੀ ਪੰਜਾਬ ਦੇ ਵਿੱਚ ਉਹਨਾਂ ਦੇ ਕਾਨੂੰਨ ਜਾਂ ਉਦਾਂ ਦਾ ਇੱਕ ਟੀਮ ਹੋਣੀ ਚਾਹੀਦੀ ਹੈ ਜਿਹੜੀ ਆਊਟ ਆਫ ਪੋਲਿਟਿਕਸ ਹੋਵੇ, ਜਿਹੜੀ ਉਸ ਨੂੰ ਸੁਣੇ ਔਰ ਉਹਨਾਂ ਨਾਲ ਡਾਇਰੈਕਟ ਕਮਿਊਨੀਕੇਸ਼ਨ ਕਰੇ। 1 ਕਲਿੱਕ ਦੇ ਉੱਪਰ, ਐਪ ਦੇ ਉੱਪਰ ਉਹਨਾਂ ਨਾਲ ਕਮਿਊਨੀਕੇਸ਼ਨ ਹੁੰਦਾ ਹੋਵੇ, ਕਿਉਂਕਿ ਸਾਡੇ ਟਾਈਮ ਦੀ ਵੈਲਿਊ ਹੈ ਜੀ। ਬਿਲਕੁਲ ਜੀ ਬਿਲਕੁਲ, ਪਰ ਉਹੀ ਗੱਲ ਆ ਗਈ ਫਿਰ ਕਹਿੰਦੇ ਵੀ ਜਿਵੇਂ 100 ਹੱਥ ਰੱਸਾ ਸਿਰੇ ਤੇ ਗੰਢ ਇਹੀ ਆ ਵੀ ਉੱਥੇ ਸਿਸਟਮ ਹੀ ਇਹੋ ਜਿਹਾ ਹੈਗਾ, ਜੇ ਕਿਸੇ ਲੀਡਰ ਨੂੰ ਪਤਾ ਲੱਗਿਆ ਤੁਹਾਡੇ ਇਲਾਕੇ ਦੇ ਨੂੰ ਕਿ ਵੀ ਇਹ ਬੰਦੇ ਕੋਲ ਪੈਸਾ ਪੂਆ ਚੰਗਾ, ਤਾਂ ਉਹਨੇ ਤੁਹਾਡੇ ਨਾਲ ਯਾਰੀ ਪਾਉਣੀ ਸ਼ੁਰੂ ਕਰ ਦੇਣੀ ਹੈ ਵੀ ਆ ਭਾਈ ਫਿਰ ਚੋਣ ਬਣ ਦਿਓ, ਫਿਰ ਇਹ ਕਰੋ ਉਹ ਕਰੋ, ਇਹ ਬੜਾ ਕੁਛ ਹੈਗਾ। ਅੱਛਾ, ਅਸੀਂ ਸੋਸ਼ਲ ਗੱਲ ਥੋੜ੍ਹੀ ਜਿਹੀ ਕਰਨੀ ਚਾਹਾਂਗੇ। ਸੋਸ਼ਲ ਗੱਲ ਇਹ ਕਰਨੀ ਚਾਹਾਂਗੇ ਵੀ ਘਰ ਦੀ ਸਮੱਸਿਆ ਤਾਂ ਨਹੀਂ ਕਹਿ ਸਕਦੇ, ਪਰ ਕਾਫੀ ਸਮੱਸਿਆ ਹੈਗੀ। ਮੈਂ ਹੁਣ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਬਾਹਰ ਖੜ੍ਹੇ ਸੀ ਮੇਰੇ ਨਾਲ ਕੋਈ ਬੰਦੇ, ਅਤੇ ਉਹ ਕਹਿੰਦੇ ਜੀ ਵੀ ਸਾਡੇ ਪੰਜਾਬ ਦੇ ਵਿੱਚ, ਸਾਡੀ ਲੁਧਿਆਣੇ ਨੇੜੇ 28 ਕਿੱਲੇ ਜ਼ਮੀਨ ਹੈ। ਇਹ ਬਹੁਤ ਸੀਰੀਅਸ ਵਿਸ਼ਾ ਜਿਹੜੇ ਕਿ ਘਰਾਂ 'ਚ ਪਾੜ ਬਹੁਤ ਪੈ ਰਹੇ ਨੇ। ਇਸ ਕਰਕੇ 10 ਲੱਖ ਕਹਿੰਦੇ ਸਾਨੂੰ ਠੇਕਾ ਆਉਂਦਾ ਸਾਲ ਦਾ। ਭਰਾ ਮੇਰਾ ਇੱਕ ਉੱਥੇ ਆ, ਅਤੇ 10 ਲੱਖ ਠੇਕੇ ਦਾ ਤਾਂ ਮੈਨੂੰ ਕੋਈ ਹਿਸਾਬ ਕਿਤਾਬ ਕੋਈ ਬਹੁਤ ਦੂਰ ਦੀ ਗੱਲ ਹੈ। ਅਤੇ ਹਰ ਮਹੀਨੇ ਖਰਚੇ ਵਾਸਤੇ 40-50 ਹਜ਼ਾਰ ਚਲੋ ਉਹਨਾਂ ਨੇ ਮੰਗਾ ਲੈਣਾ, ਕੋਈ ਫਰਕ ਨਹੀਂ ਪੈਂਦਾ ਵੀ ਮੰਮੀ ਡੈਡੀ ਉੱਥੇ ਆ। ਫਿਰ ਹੁਣ ਉਹ ਕਹਿੰਦੇ ਜੀ ਘਰ ਕੋਠੀ ਉੱਥੇ ਪਾ ਕੇ ਉੱਥੇ ਵਾਹਵਾ ਪੈਸੇ ਲਾ ਕੇ ਪੰਨੀ ਕਰੋੜ 2 ਕਰੋੜ ਕੋਠੀ ਪਾਈ ਇੱਥੇ, ਅਤੇ ਹੁਣ ਉਹ ਕਹਿੰਦੇ ਜੀ ਕੋਠੀ 'ਤੇ ਲੱਗਣਾ 20 ਲੱਖ ਰੁਪਈਆ, ਉਹ ਵੀ ਤੁਸੀਂ ਭੇਜੋ। ਅਤੇ ਉਦੋਂ ਬਾਅਦ ਜਦੋਂ ਹਾਂ ਗੱਲ ਹੋਈ ਤਾਂ ਫਿਰ ਪਤਾ ਹੀ ਆ, ਬੁੜੀਆਂ ਦਾ ਗੱਲ ਕਰ ਲਓ, ਬੁੜੀਆਂ ਵੀ ਸਿਆਈਆਂ ਆਪਣੀ ਜਗ੍ਹਾ ਵੀ ਭਾਈ ਤੂੰ ਉੱਥੇ ਮਹੀਨਾ ਰਹਿਣਾ ਹੁੰਦਾ ਤਾਂ ਮਹੀਨਾ ਤਾਂ ਭਾਵੇਂ ਹੋਟਲ ਲੈ ਲਿਆ ਕਰ, ਫਿਰ ਵੀ ਇਹ ਕਿਉਂ ਫਿਰ ਤੂੰ ਪੈਸੇ ਭੇਜੀ ਜਾਂਦਾ। ਫਿਰ ਉਦੋਂ ਬਾਅਦ ਇੱਕ ਦਰਾੜ ਪੈਣੀ ਸ਼ੁਰੂ ਹੁੰਦੀ ਹੈ, ਫਿਰ ਜਿਹੜੀ ਬਾਅਦ ਦੇ ਵਿੱਚ ਉਹ ਬਹੁਤ ਵੱਡੇ ਪੱਧਰ 'ਤੇ ਚੱਲ ਜਾਂਦੀ ਹੈ, ਪਰਿਵਾਰਾਂ ਵਿੱਚ ਖਾਸ ਤੌਰ 'ਤੇ ਸਕੇ ਭਰਾਵਾਂ ਵਿੱਚ। ਇਹਨਾਂ ਚੀਜ਼ਾਂ ਦਾ ਕੀ ਹੱਲ ਆ? ਮੇਰੇ ਹਿਸਾਬ ਨਾਲ ਤਾਂ ਜਿਹੜਾ ਬੰਦਾ ਇੱਧਰ ਹੈਗਾ ਉਹ ਆਪਣੀ ਜਗ੍ਹਾ ਸਹੀ ਹੈ ਵੀ ਭਾਈ, ਨਾਲੇ ਤਾਂ ਪੈਸੇ ਭੇਜਦਾ, ਨਾਲੇ ਉੱਧਰੋਂ ਕੁਛ ਲੈਂਦਾ ਨਹੀਂ, ਨਾਲੇ ਜ਼ਮੀਨ ਸਾਰੀ ਉੱਥੇ ਹੈ। ਅਤੇ ਇਹੋ ਜਿਹੇ ਮਸਲੇ ਹੋਰ ਹਜ਼ਾਰਾਂ ਲੱਖਾਂ ਹੋਣਗੇ ਪੰਜਾਬੀਆਂ ਦੇ ਘਰਾਂ ਦੇ ਵਿੱਚ, ਅਤੇ ਕਿਸੇ ਨੇ ਕੋਠੀ ਦੱਬ ਲਈ, ਕਿਸੇ ਦੀ ਖੁਸ਼ ਦੱਬ ਲਿਆ। ਇਹਨਾਂ ਦਾ ਕੀ ਹੱਲ ਲੱਗਦਾ ਤੁਹਾਨੂੰ? ਰੀਸੈਂਟਲੀ ਜਦੋਂ ਚੰਨੀ ਸਾਹਿਬ ਨੇ, CM ਸਾਹਿਬ ਨੇ ਕੁਛ ਇੱਦਾਂ ਦਾ ਐਲਾਨ ਕੀਤਾ ਸੀਗਾ, ਦੂਜਾ ਐਲਾਨ ਜਾਂ ਤੀਜਾ ਐਲਾਨ ਹੀ ਸੀ ਉਹਨਾਂ ਦਾ, ਜਦੋਂ ਉਹਨਾਂ ਨੇ ਆਪਣੀ ਕੁਰਸੀ ਸੰਭਾਲੀ ਹੈ, ਜਿਹੜੀ NRIs ਦੀ ਪ੍ਰੋਪਰਟੀਜ਼ ਦੇ ਬਾਰੇ ਸੀ ਕੁਛ, ਤਾਂ ਉਦੋਂ ਮੇਰੇ ਕੋਲ ਕਾਫੀ ਸਾਰੇ ਫੋਨ ਵੀ ਆਏ ਇੱਥੇ। ਉਹਨਾਂ ਨੇ ਇੱਦਾਂ ਦੀ ਫੀਲਿੰਗ ਜਾਂ ਇੱਦਾਂ ਦਾ এনवायरमेंट ਮੇਰੇ ਨਾਲ ਸ਼ੇਅਰ ਕੀਤਾ ਕਿ ਇੰਡੀਆ ਦੇ ਵਿੱਚ ਕੀ ਕੀਤਾ ਜਾਵੇ। ਮੈਂ ਆਪਣਾ, ਬਿਕੋਜ਼ ਮੈਂ ਹੁਣ ਇੰਡੀਆ ਚੱਲਿਆਗਾ, ਮੇਰੀ ਆਪਣੀ ਜ਼ਮੀਨ ਜਾਇਦਾਦ ਜਿਹੜੀ, ਅਸੀਂ 2 ਬ੍ਰਦਰ ਆਂਗੇ, ਉਹ ਦੂਜੇ ਭਰਾ ਮੇਰੇ ਉਹ ਕਰ ਰਹੇ ਨੇ, ਤਾਂ ਮੈਂ ਇਮੈਜੀਨੇਸ਼ਨ ਬਹੁਤ ਕਰਦਾ ਹਰ ਚੀਜ਼ ਦੀ। ਤਾਂ ਉਹ ਇਮੈਜੀਨੇਸ਼ਨ ਦੇ ਵਿੱਚ ਮੈਂ, ਜਿਹੜੀ ਮੇਰੀ ਇਮੈਜੀਨੇਸ਼ਨ ਸੀ ਉਹਦੇ ਵਿੱਚ ਮੈਂ ਆਪਣੇ ਬ੍ਰਦਰ ਦੇ ਨਾਲ ਸਾਹਮਣੇ ਬੈਠਾ ਤੇ ਉੱਥੇ ਸਬਜੈਕਟ ਦੇ ਉੱਪਰ ਅਸੀਂ ਗੱਲ ਕਰ ਰਹੇ ਹਾਂ। ਤਾਂ ਇੱਕ ਗਵਾਂਢੀ ਆ ਜਿਹੜਾ ਕਰੈਕਟਰ, ਕੋਈ ਵੀ ਸੋਚੋ, ਉਹ ਮੇਰੇ ਕੋਲ ਆਉਂਦਾਗਾ ਤੇ ਉਹ ਆ ਕੇ ਜਦੋਂ ਉਹਦੇ ਕੋਲ ਇਹ ਗੱਲ ਹੁੰਦੀ ਆ ਤਾਂ ਉਹਨੂੰ ਮੈਂ ਇਹ ਆਪਣੇ ਵੱਲੋਂ ਰੱਖਦਾ ਕਿ ਵੀ ਯਾਰ ਦੇਖ ਮੈਂ ਇਹਦੇ ਵਾਸਤੇ ਆਹ ਕੀਤਾ। ਉਹ ਕਹਿੰਦਾ ਇਹ ਤਾਂ ਫਿਰ ਤਾਂ ਕਰਨਾ ਹੀ ਸੀ। ਸੋ ਹੁਣ ਜਿਹੜਾ ਇਹ ਤਾਂ ਕਰਨਾ ਹੀ ਸੀ, ਜਿਹੜਾ ਉਸਦੇ ਮਾਈਂਡ ਦੇ ਵਿੱਚ ਆ, ਉਹ ਉਸ ਸਾਈਡ ਤੋਂ ਸੋਚ ਰਿਹਾ ਉਹ।
ਠੀਕ ਹੈ ਨਾ। ਤੁਸੀਂ ਆਪਣੇ ਇਸ ਸਾਈਡ ਤੋਂ ਸੋਚ ਰਹੇ ਹੋ, ਤੁਸੀਂ ਸੋਚ ਰਹੇ ਹੋ ਕਿ ਯਾਰ ਮੈਂ 16 ਘੰਟੇ 18 ਘੰਟੇ ਰੋਜ਼ ਕੰਮ ਕਰਕੇ ਇੱਕ ਡਾਲਰ ਜੋੜ ਕੇ ਆਪਣੇ ਆਪ ਨੂੰ ਇੱਥੇ ਲੈ ਕੇ ਆਇਆ ਤੇ ਮੈਂ ਦਿਨ ਰਾਤ ਕੰਮ ਕਰਦਾ ਸੀਗਾ, ਤੇ ਉਹ ਦੂਸਰਾ ਪਰਸਨ ਆ ਜਿਹੜਾ ਤੁਹਾਡਾ ਫੈਮਿਲੀ ਦਾ, ਉਹ ਉਸ ਟਾਈਮ ਤੇ ਰੈਸਟ ਕਰ ਰਿਹਾ ਸੀ ਜਾਂ ਤਾਰੇ ਗਿਣ ਰਿਹਾ ਸੀ ਆਰਾਮ ਨਾਲ ਪਿਆ, ਜਾਂ ਦੋਸਤਾਂ ਨਾਲ ਬੈਠ ਕੇ ਫਨ ਕਰ ਰਿਹਾ ਸੀ ਜਾਂ ਰਿਲੈਕਸ ਹੋ ਰਿਹਾ ਸੀਗਾ। ਤਾਂ ਉਹ ਜਿਹੜਾ ਦੋ ਡਿਫਰੈਂਟ ਥਾਟ ਨੇ, ਉਹ ਕਨਫਲਿਕਟ ਉਹ ਥਾਟ ਦੇ ਵਿੱਚ ਆ, ਕਿਉਂਕਿ ਤੁਹਾਡੀ ਕੰਮ ਦੀ ਵੈਲਿਊ ਨਹੀਂ ਉੱਥੇ ਜਾ ਰਹੀ ਉਹਨਾਂ ਨੂੰ। ਤਾਂ ਹੁਣ ਜੇ ਤੁਸੀਂ ਉਸ ਤੇ ਆਰਗਿਊ ਕਰੋਗੇ, ਤੁਸੀਂ ਲੜੋਗੇ ਔਰ ਇੱਕ ਦੂਜੇ ਤੋਂ ਅਲੱਗ ਹੋਵੋਗੇ। ਸੋ ਇਹ ਮੈਟਰ ਲੜਾਈ ਦਾ ਨਹੀਂ, ਇਹ ਮੈਟਰ ਬੜਾ ਡੀਪ ਥਾਟ ਦੇ ਨਾਲ ਹੈਂਡਲ ਕਰਨ ਦਾ। ਇਸ ਤੋਂ ਪਹਿਲਾਂ ਕਿ ਤੁਸੀਂ ਇਹ ਚੀਜ਼ ਡਿਲੀਵਰ ਕਰੋ, ਪਹਿਲਾਂ ਤੁਸੀਂ ਉਸ ਪਰਸਨ ਨੂੰ ਜਾਂ ਉਸ এনवायरमेंट ਨੂੰ ਆਪਣੇ ਗਰਾਊਂਡ ਤੇ ਲੈ ਕੇ ਆਓ, ਜਾਂ ਤੁਸੀਂ ਉਹਨਾਂ ਦੇ ਗਰਾਊਂਡ ਤੇ ਜਾਓ। ਬਿਲਕੁਲ, ਔਰ ਇਹ ਚੀਜ਼ਾਂ ਫਿਰ ਗੱਲ ਹੋ ਹੱਲ ਹੋ ਸਕਦੀਆਂ, ਪਰ ਸਾਡੇ ਮੇਰਾ ਨਹੀਂ ਖਿਆਲ ਵੀ 60-70% ਹੱਲ ਹੁੰਦੀਆਂ ਹੋਣਗੀਆਂ, ਕੋਈ 10-20% ਭਾਵੇਂ ਹੱਲ ਕਰ ਲੈਂਦੇ ਹੋਣਗੇ ਬਹੁਤ ਜ਼ਿਆਦਾ। ਔਰ ਐਂਡ ਅਪ ਇਸੇ ਚੀਜ਼ ਨਾਲ ਹੁੰਦਾ। ਮੇਰੇ ਯਾਦ ਆ ਹੇਵਰਡ ਦੇ ਵਿੱਚ, ਇੱਥੇ ਕੈਲੀਫੋਰਨੀਆ ਦੇ ਵਿੱਚ, ਮੈਂ ਬੀਅਰ ਡਿਲੀਵਰੀ ਵਾਸਤੇ ਟਰੱਕ ਚਲਾਉਂਦਾ ਹੁੰਦਾ ਸੀਗਾ। ਤਾਂ ਮੈਂ ਮਤਲਬ 2-3 ਜਿਹੜੇ ਲਿਕਰ ਸਟੋਰ ਨੇ ਉਹਨਾਂ ਤੇ ਡਿਲੀਵਰੀ ਕਰਨੇ ਜਾਂਦਾ, ਤਾਂ ਉਹ ਗੱਲਾਂ ਮੇਰੇ ਅੱਜ ਤੱਕ ਮੇਰੇ ਨਾਲ ਤੁਰੀਆਂ ਆ ਰਹੀਆਂ ਨੇਗੀਆਂ ਕਿ ਉਹ ਕਿੱਦਾਂ ਰੋਂਦੇ ਸੀਗੇ ਕਿ ਅਸੀਂ ਇੰਨਾ ਪੈਸਾ ਲਾਤਾ ਇੰਡੀਆ ਦੇ ਵਿੱਚ, ਤੇ ਹੁਣ ਸਾਨੂੰ ਉਹ ਪੁੱਛਦੇ ਵੀ ਨਹੀਂ ਹੈ, ਜਾਂ ਕਿਸੇ ਨੇ ਕਿਸੇ ਦੀ ਜ਼ਮੀਨ ਦੱਬ ਲਈ, ਕਿਸੇ ਨੇ ਕਿਸੇ ਦੀ ਪ੍ਰਾਪਰਟੀ ਦੱਬ ਲਈ। ਉਹ ਇਹ ਸੋਚ ਕੇ ਦੱਬਦੇ ਨੇ ਕਿ ਉਹਨਾਂ ਕੋਲ ਤਾਂ ਹੈਗਾ, ਉਹਨਾਂ ਨੂੰ ਕੀ ਫਰਕ ਪੈਂਦਾ। ਦੱਬਦੇ ਵੀ ਨਹੀਂ ਹੈ ਉਹਨਾਂ, ਇਹ ਨਹੀਂ ਹੈ ਕਿ ਉਹ ਉਸ ਤਰੀਕੇ ਨਾਲ, ਕਿਉਂਕਿ ਉਹਨਾਂ ਨੂੰ ਸਾਡਾ ਇੱਕੋ ਹੀ ਪਾਸਾ ਦਿਸ ਰਿਹਾ, ਮਤਲਬ ਦੂਜਾ ਪਾਸਾ ਅਸੀਂ ਦਿਖਾਉਂਦੇ ਨਹੀਂ ਹੈ। ਕਿਉਂਕਿ ਉਹੀ ਜਿਹੜੀ ਤੁਸੀਂ ਗੱਲ ਕਿਹਾ ਕਿ ਹੋਸ਼ ਬਣਾ ਜਾਂ ਲਾ ਲਈਏ, ਅਸੀਂ ਸਿਰਫ ਗੱਡੀ ਨਾਲ ਹੀ ਫੋਟੋ ਪਾਉਣੇ ਆ, ਅਸੀਂ ਦੂਜੀ ਫੋਟੋ ਪਾਉਂਦੀ ਨਹੀਂ ਹੈ ਨਾ ਜਿਹੜੀ ਕੰਮ ਵਾਲੀ ਹੁੰਦੀ ਆ। ਸੋ ਉਹ ਫੋਟੋ ਵੀ ਪਾਉਣੀ ਜ਼ਰੂਰੀ ਆ, ਫਿਰ ਕਹਾਣੀ ਥੋੜੀ ਸੈੱਟ ਹੋ ਸਕਦੀ। ਬਿਲਕੁਲ ਜੀ। ਇੱਕ ਬ੍ਰੇਕ ਹੋਰ ਲੈ ਲੈਣੇ, ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਗੱਲਾਂ ਸਿਲਸਿਲਾ ਜਾਰੀ ਰੱਖਾਂਗੇ। ਇਹਦੇ ਨਾਲ ਰਿਲੇਟਡ 2-3 ਗੱਲਾਂ ਹੋਰ ਹੈਗੀਆਂ ਨੇ ਮੇਰੇ ਜ਼ਿਹਨ ਦੇ ਵਿੱਚ, ਉਹ ਮੈਂ ਜ਼ਰੂਰ ਕਲਿੱਕ ਕਰਨੀਆਂ ਚਾਹੂੰਗਾ ਤੁਹਾਡੇ ਨਾਲ, ਤਾਂ ਕਿ ਬਹੁਤ ਸਾਰੇ ਦਰਸ਼ਕਾਂ ਨੂੰ ਜਿਹੜਾ ਉਹਦਾ ਪਤਾ ਲੱਗਦਾ ਤੇ ਕੋਈ ਨਾ ਕੋਈ ਹੱਲ ਵੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਦੇਖਦੇ ਰਹੋ ਜਸ ਪੰਜਾਬੀ। ਇੱਕ ਵਾਰ ਫਿਰ ਹਾਜ਼ਰ ਆ ਜੀ, ਪ੍ਰੋਗਰਾਮ ਚੱਲ ਰਿਹਾ ਤੁਹਾਡੇ ਰੂਬਰੂ, ਤੇ ਨਾਲ ਗੱਲਾਂ ਚੱਲ ਰਹੀਆਂ ਨੇ ਆਸਟ੍ਰੇਲੀਆ ਤੋਂ। ਰਾਣਾ ਜੀ, ਵੈਸੇ ਅਸੀਂ ਪਿਆਰ ਨਾਲ ਕਹਿੰਦੇ ਨਾਮ ਛੋਟਾ ਨਾ ਰਾਣਾ, ਉਹਦਾ ਰੋਬੀ ਬੈਨੀਪਾਲ ਸਾਹਿਬ, ਤੇ ਇਹਨਾਂ ਕੋਲ ਫਿਰ ਚੱਲਦੇ ਆ ਤੇ ਜਾਣਦੇ ਆ ਹੋਰ ਕੁਛ ਜੀ। ਰਾਣਾ ਜੀ, ਆਪਣਾ ਰੋਬੀ ਜੀ, ਰਾਣਾ ਜੀ ਨਾਂ ਜਾਣਦੇ ਕੋਈ ਲੋਕ ਤੁਹਾਡੇ ਕਿ ਨਹੀਂ? ਸਵਾਲ ਆ ਜਾਂਦਾ ਮੈਨੂੰ ਸੁਣਨ ਤਾਂ ਰਾਣਾ, ਵੈਸੇ ਜਦੋਂ ਕੋਈ ਰਾਣਾ ਕਹਿੰਦਾ ਨਾ ਬਹੁਤ ਚੰਗਾ ਲੱਗਦਾ। ਅੱਛਾ ਨਹੀਂ, ਮੇਰੇ ਵੈਸੇ ਮੈਂ ਜਦੋਂ ਆਪਾਂ ਪ੍ਰੋਗਰਾਮ ਵੀ ਕਰਦੇ ਆ ਤੇ ਮੂੰਹੋਂ ਰਾਣਾ ਹੀ ਨਿਕਲਦਾ, ਤੇ ਪਰ ਫਿਰ ਮੈਂ ਕਿਹਾ ਨਹੀਂ ਵੀ ਜਿਹੜਾ ਅਸਲੀ ਨਾਮ ਤੁਹਾਡਾ ਹੁਣ ਮੀਡੀਆ ਦੇ ਵਿੱਚ ਨਾਮ ਹੈ ਪੂਰਾ, ਪੁਰਾਣੇ ਲੰਬੇ ਸਮੇਂ ਤੋਂ। ਅੱਛਾ, ਛੋਟੀ ਜਿਹੀ ਗੱਲ ਹੋਰ ਕਰਕੇ ਤੇ ਆਪਾਂ ਫਿਰ ਥੋੜ੍ਹਾ ਜਿਹਾ ਹੋਰ ਮਾਹੌਲ ਕਰਦੇ ਹਾਂ। ਇਹੋ ਜਿਹੇ ਜਿਹੜੇ ਕੇਸ ਹੈਗੇ ਨੇ, ਇੱਕ ਹੋਰ ਕੇਸ ਹੋਇਆ ਸੀਗਾ ਸਾਡੇ ਜਾਣ ਪਛਾਣ ਦੇ ਵਿੱਚ, ਤੇ ਉਹਨੇ ਜਦੋਂ ਕਿਹਾ ਵੀ ਹਿੱਸਾ ਮੰਗਿਆ, ਤੇ ਉਹ ਕਹਿੰਦੇ ਵੀ ਤੈਨੂੰ ਹਿੱਸਾ ਕਾਹਦਾ, ਤੂੰ ਤਾਂ ਬਾਹਰ ਬੈਠਾ, ਤੈਨੂੰ ਤਾਂ ਅਸੀਂ ਉਦੋਂ 25 ਲੱਖ ਦੇ ਕੇ ਭੇਜਿਆ ਸੀਗਾ, ਤੈਨੂੰ ਹਿੱਸਾ ਕਾਹਦਾ ਜ਼ਮੀਨ ਦਾ। ਤੇ ਉਹ ਕਹਿੰਦਾ 25 ਲੱਖ ਦਾ ਮੈਂ ਤਾਂ ਕਈ ਕਰੋੜ ਘਰੇ ਵਾਪਸ ਭੇਜਤਾ। ਤੇ ਉਹ ਇੱਦਾਂ ਉਹਨਾਂ ਦੇ ਵੀ ਕਾਫੀ ਅਣਬਣ ਜੀ ਹੋਈ ਸੀ। ਸੋ ਅਸੀਂ ਤੇ ਇਹੀ ਬੇਨਤੀ ਕਰ ਸਕਦੇ ਹਾਂ, ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ, ਸਾਰਾ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਣਾ, ਕਿਸੇ ਨੇ ਕੁਝ ਨਹੀਂ ਪੁੱਛਣਾ ਹੈਗਾ। ਵੀ ਘੱਟੋ ਘੱਟ ਰਿਸ਼ਤਿਆਂ ਦੇ ਵਿੱਚ ਫਿੱਕ ਨਾ ਪਵੇ, ਇਹਦੇ ਵਾਸਤੇ ਤੁਸੀਂ ਜ਼ਰੂਰ ਗੱਲ ਕਰੋ। ਫਿਰ ਅਸੀਂ ਥੋੜ੍ਹੀ ਜਿਹੀ ਹੋਰ ਗੱਲ ਕਰਨੀ ਚਾਹਾਂਗੇ ਜੀ। ਮੈਂ ਇਹੀ ਬੇਨਤੀ ਕਰਨੀ ਚਾਹੂੰਗਾ ਜਿੰਨੇ ਵੀ NRI ਨੇ, ਪੈਸਾ ਜ਼ਿੰਦਗੀ ਦੇ ਵਿੱਚ ਸਭ ਕੁਝ ਨਹੀਂ ਹੁੰਦਾ ਜੀ, ਬਹੁਤ ਕੁਝ ਹੁੰਦਾ ਪਰ ਸਭ ਕੁਝ ਨਹੀਂ ਹੁੰਦਾ। ਜਿਹੜੇ ਰਿਸ਼ਤੇ ਨੇਗੇ ਉਹ ਬਹੁਤ ਇੰਪੋਰਟੈਂਟ ਨੇ। ਜੇ ਤੁਹਾਨੂੰ ਕਿਤੇ ਰਿਸ਼ਤੇ ਦੇ ਵਿੱਚ ਥੋੜਾ ਬਹੁਤਾ ਪੈਸਾ ਇੱਧਰ ਉੱਧਰ ਕਰਨ ਦੇ, ਕਿਉਂਕਿ ਜੇ ਬਾਬੇ ਨੇ ਤੁਹਾਡੀ ਮਿਹਰ ਕੀਤੀ ਹੈ, ਤੁਹਾਡੇ ਕੋਲ ਹੈ ਨੇ, ਤਾਂ ਉਹਦੇ ਬਦਲੇ ਤੁਹਾਡਾ ਰਿਸ਼ਤਾ ਬਚਦਾ, ਤਾਂ ਉਸ ਨੂੰ ਬਚਾਓ। ਔਰ ਦੂਜੀ ਗੱਲ ਇਹ ਵੀ ਹੈ ਕਿ ਤੁਸੀਂ ਇੱਕ ਗੈਪ ਡਿਵੈਲਪ ਕਰਦੇ ਆ, ਜਿਹੜਾ ਉਹ ਗੈਪ ਫਿਲ ਕਰਨ ਦੀ ਕੋਸ਼ਿਸ਼ ਕਰਦੇ ਰਹੋ ਆਪਣੀ ਫੈਮਿਲੀ ਦੇ ਨਾਲ। ਉਹਨਾਂ ਦੀ ਜਿਹੜੀ ਮੈਂਟਲ ਡਿਵੈਲਪਮੈਂਟ ਆ ਉਹ ਸੋ ਇੰਪੋਰਟੈਂਟ ਆ। ਤੁਸੀਂ ਤਾਂ ਸਾਰਾ ਦਿਨ 24 ਘੰਟੇ ਉਸ এনवायरमेंट 'ਚ ਸਾਹ ਲੈਂਦੇ ਹੋਗੇ, ਪਰ ਉਹ ਤਾਂ ਨਹੀਂ ਲੈਂਦੇ। ਉਹਨਾਂ ਨਾਲ ਤਾਂ ਤੁਸੀਂ 1 ਘੰਟਾ, ਅੱਧਾ ਘੰਟਾ, ਮੇਬੀ 15 ਮਿੰਟ, ਮੇਬੀ ਹਫ਼ਤੇ ਬਾਅਦ, ਮੇਬੀ ਰੋਜ਼ ਤੁਸੀਂ ਗੱਲ ਕਰਦੇ ਹੋ। ਤਾਂ ਉਹਨਾਂ ਦੇ ਨਾਲ ਤੁਸੀਂ ਕਿੱਦਾਂ ਦਾ ਕੰਟੈਂਟ ਸ਼ੇਅਰ ਕਰਦੇ ਹੋ? ਤੁਸੀਂ ਸਿਰਫ ਗੁੱਡ ਪਾਰਟ ਆਫ ਯੋਰ ਲਾਈਫ ਨਾਲ ਸ਼ੇਅਰ ਕਰੋ, ਤੁਸੀਂ ਆਪਣੀ ਹਾਰਡਨੈਸ ਵੀ ਸ਼ੇਅਰ ਕਰੋ। ਤੁਸੀਂ ਜਦੋਂ ਥੱਕ ਕੇ ਆਏ ਹੋ 8 ਘੰਟੇ 10 ਘੰਟੇ ਕੰਮ ਕਰਕੇ, ਥੱਕਣ ਤੋਂ ਬਾਅਦ ਜਿਹੜੀ ਸਾਊਂਡ ਆ ਗਈ, ਉਦੋਂ ਤੁਸੀਂ ਫੋਨ ਕਰੋ ਉਹਨਾਂ ਨੂੰ, ਤਾਂ ਜੋ ਉਹਨਾਂ ਦੀ ਤੁਹਾਡੀ ਆਵਾਜ਼ ਦੇ ਵਿੱਚ, ਤੁਹਾਡੀ ਟੋਨ 'ਚ ਉਹ ਫੀਲ ਕਰ ਸਕਣ ਕਿ ਕੋਈ ਬੰਦਾ ਥੱਕ ਕੇ ਆਇਆ। ਉਹ ਜਿਹੜੀ ਸੈਂਸ ਆ ਉਹਨਾਂ ਤੱਕ ਪਹੁੰਚੂਗੀ, ਫਿਰ ਉਹ ਤੁਹਾਨੂੰ ਫੀਲ ਕਰਨਗੇ। ਬਿਕੋਜ਼ ਉੱਥੇ ਗੱਲ ਇਹ ਆ ਗਈ ਕਿ ਭਾਈ ਪੁੱਤ ਤੂੰ ਵਾਪਸ ਨਾ ਹੀ, ਭਾਵੇਂ ਇੱਥੇ ਜੇਲ੍ਹ 'ਚ ਰਹਿ ਲਾ, ਮੇਰੇ ਯਾਦ ਨੇ ਉਹ ਵਰਡ, ਕਹਿੰਦੇ ਨਹੀਂ ਤਾਂ ਸਾਡੀ ਬੇਇੱਜ਼ਤੀ ਹੋ ਜਾਣੀ ਇੱਥੇ, ਠੀਕ ਹੈ ਨਾ। ਤੂੰ ਇੱਥੇ ਭਾਵੇਂ ਮਰ ਖੱਪ ਜਾ, ਪਰ ਸਾਡੀ ਜਿਹੜੀ ਇੱਜ਼ਤ ਆ ਗਈ ਉਹ ਰੈਪੂਟੇਸ਼ਨ ਤਾਂ ਹੀ ਖੜੂਗੀ ਜੇ ਤੂੰ ਇੱਥੇ ਰਹੇਗਾ। ਇੱਜ਼ਤ ਤੇ ਪੈਸਾ। ਇੱਕ ਹੋਰ ਕੇਸ ਹੋਇਆ ਸੀ, ਉਹਨਾਂ ਨੇ ਉੱਥੋਂ ਦੇ ਕਲਚਰ ਦਾ ਹਿੱਸਾ ਨੇ, ਸਾਨੂੰ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਇਹ ਨਹੀਂ ਹੈ ਕਿ ਖੂਨ ਚਿੱਟਾ ਹੋ ਗਿਆ, ਉਹ ਉਹਨਾਂ ਦੀ ਜ਼ਰੂਰਤ ਆ ਗਈ, ਕਿਉਂਕਿ এনवायरमेंट 'ਚ ਏਦਾਂ ਦੇ 'ਚ ਰਹਿੰਦੇ ਨੇ ਉਹ।
ਇੱਕ ਹੋਰ ਕੇਸ ਹੋਇਆ ਸੀਗਾ, ਫੈਕਟਰੀ ਕਿਸੇ ਨੇ ਰਲ ਕੇ ਖੋਲੀ ਉੱਥੇ ਇੰਡੀਆ, ਤੇ ਨਾਲ ਚੈੱਕ ਬੁੱਕ ਸਾਈਨ ਕਰਕੇ ਦੇ ਆ ਵੀ ਲੋੜ ਪੈ ਜਾਂਦੀ ਕਿਤੇ ਪੈਸੇ, 2-3 ਕਰੋੜ ਚ ਉਹ 'ਚ ਹਿੱਸਾ ਪਾਇਆ ਸੀਗਾ, ਤੇ ਬਾਅਦ ਦੇ ਵਿੱਚ ਉਹਦੇ ਪਤਾ ਲੱਗਾ 65 ਲੱਖ ਰੁਪਈਆ ਹੋਰ ਉਹਦੇ ਅਕਾਊਂਟ ਚੋਂ ਖੁਲਾ ਲਿਆ, ਤੇ ਉਹ ਕਹਿੰਦਾ ਵੀ ਭਾਈ ਇਹ ਕਾਹਦਾ, ਉਹ ਕਹਿੰਦਾ ਜੀ ਲੋੜ ਪੈ ਗਈ ਸੀ ਭਾਜੀ ਮੋੜ ਦਿਆਂਗੇ, ਤੇ ਮੁੜ ਕੇ ਕਿਹਨੇ ਮੋੜਨਾ ਤੇ ਕਿੱਦਾਂ ਕਰਨਾ। ਚਲੋ ਅਸੀਂ ਇਸ ਟੌਪਿਕ ਨੂੰ ਇੱਥੇ ਬੰਦ ਕਰਦੇ ਹਾਂ। ਅਸੀਂ ਗੱਲ ਕਰਦੇ ਹਾਂ ਤੁਹਾਡੀ, ਇੱਕ ਤਾਂ ਤੁਸੀਂ ਐਜੂਕੇਸ਼ਨ ਲਾਈਨ 'ਚੋਂ, ਇੱਥੇ ਕਿਹੜੀ ਐਜੂਕੇਸ਼ਨ ਲਾਈਨ 'ਚੋਂ, ਦੂਜੀ ਤੁਹਾਡੀ ਜਿਹੜੀ ਸੰਸਥਾ ਹੋਪ ਹੈ ਉਹਦੇ ਬਾਰੇ ਜ਼ਰੂਰ ਅਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਐਜੂਕੇਸ਼ਨ ਲਾਈਨ ਉਹੀ ਬਜ਼ੁਰਗਾਂ ਦੀ ਸਾਂਭ ਸੰਭਾਲ, ਮੈਂਟਲ ਹੈਲਥ ਦੇ ਉੱਪਰ ਅਸੀਂ ਕੰਮ ਕਰਦੇ ਹਾਂ, ਔਰ ਬਹੁਤ ਸਾਰੀਆਂ ਗੱਲਾਂ ਪਿਛਲੇ 7-8 ਸਾਲ ਤੋਂ ਮੈਂ ਇਸ ਇੰਡਸਟਰੀ ਦੇ ਵਿੱਚ ਹਾਂ, ਤਾਂ ਜਿਉਂ-ਜਿਉਂ ਐਜੂਕੇਸ਼ਨ ਤੁਸੀਂ ਲੈਂਦੇ ਹੋ ਉਸ ਸੈਕਟਰ ਤੇ, ਤਾਂ ਮੈਨੂੰ ਖੁਦ ਨੂੰ ਹਰ ਜਗ੍ਹਾ ਤੇ ਤੁਸੀਂ ਕੰਪੇਅਰ ਕਰਦੇ ਹੋ ਕਿ ਸਾਡਾ ਸਮਾਜ ਕੀ ਸੋਚਦਾ, ਤਾਂ ਮੈਂਟਲ ਹੈਲਥ ਦੇ ਵਿੱਚ ਅਸੀਂ ਕਿੱਥੇ ਸਟੈਂਡ ਕਰਦੇ ਹਾਂ, ਔਰ ਇਹ ਲੋਕ ਨੇ ਕਿੱਥੇ ਤੱਕ ਪਹੁੰਚ ਚੁੱਕੇ ਨੇ, ਇਹਨਾਂ ਦੀ ਸੋਚ ਕਿੱਥੇ ਤੱਕ ਪਹੁੰਚ ਚੁੱਕੀ ਹੈਗੀ। ਤਾਂ ਅਸੀਂ ਬਹੁਤ ਪਿੱਛੇ ਆ ਉਸ ਚੀਜ਼ ਤੋਂ, ਅਸੀਂ ਉਸ ਲੈਵਲ ਤੱਕ ਨਹੀਂ ਐਨਾਲਾਈਜ਼ ਕਰਦੇ। ਕੱਲ ਹੀ ਮੈਂ ਇਸ ਸਬਜੈਕਟ ਤੇ ਪਰਸੋਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਕਿਸੇ ਬੱਚੇ ਨੂੰ, ਕੋਈ ਬੱਚਾ ਜਿਹੜਾ ਉਹਨੂੰ ਗੁੱਸਾ ਆਉਂਦਾ ਗਾ 12 ਸਾਲ ਦੇ ਬੱਚੇ ਨੂੰ, ਤੇ ਉਹ ਘਰੋਂ ਬਾਹਰ ਨਿਕਲਦਾ ਹੈਗਾ, ਇਹ ਸਿਨੈਰੀਓ ਹੋਇਆ ਜੀ ਮੇਰੇ ਸਾਹਮਣੇ, ਤਾਂ ਉਹ ਚੱਕ ਕੇ ਬਾਹਰ ਪਈ ਜਿਹੜੀ ਕੁਰਸੀ ਆ ਉਹਨੂੰ ਭਗਾ ਕੇ ਮਾਰਦਾ, ਫਿਰ ਉਦੋਂ ਮੁੜ ਕੇ ਉਹਦੀ ਮਾਂ ਖੜੀ ਦੇਖ ਰਹੀ ਆ ਉਸਨੂੰ, ਤੇ ਉਸ ਤੋਂ ਬਾਅਦ ਇੱਕ ਬਿੰਨ ਪਏ ਨੇ ਵੱਡੇ, ਬਿੰਨ ਤੇ ਆ ਕੇ ਲੱਤ ਮਾਰਦਾ, ਫਿਰ ਉਹ ਬਿੰਨ ਨੂੰ ਖਿੱਚ ਕੇ ਦੂਸਰੀ ਸਾਈਡ ਤੇ ਭੇਜ ਦਿੰਦਾ ਗਾ, ਸਾਰਾ ਕੁਝ ਉਹ ਐਕਟ ਕਰਦਾ ਗਾ। ਤੇ ਮੈਂ ਉੱਠ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ, ਤੇ ਉਹਨੂੰ ਮੈਨੂੰ ਰੋਕ ਦਿੰਦੇ ਨੇ ਕਿ ਨਾ, ਡੋਂਟ ਟੱਚ ਹਿਮ। ਉਸ ਤੋਂ ਬਾਅਦ ਉਹ ਦੌੜ ਕੇ ਜਾਂਦਾ ਦੂਸਰੀ ਔਰ, ਫਿਰ ਉਸ ਤੋਂ ਬਾਅਦ ਉਹ ਵਾਪਸ ਆਉਂਦਾ, ਤੇ ਵਾਪਸ ਆ ਕੇ ਉਹ ਆਪਣੀ ਮਾਂ ਨੂੰ ਮੋਢਿਆਂ ਤੋਂ ਫੜਦਾ ਤੇ ਸਿਰ ਲਾ ਕੇ ਆਪਦੀ ਮਾਂ ਨੂੰ ਸੌਰੀ ਕਹਿ ਦਿੰਦਾ ਆਪੀ। ਅੱਛਾ। ਸੋ ਹੁਣ ਤੁਸੀਂ ਇਹ ਸੋਚੋ ਕਿ ਉਸ ਬੱਚੇ ਨੂੰ, ਉਸ ਮਾਂ ਨੂੰ ਪਤਾ ਸੀਗਾ ਕਿ ਇੱਕ ਅਗਰੈਸਿਵ ਬਿਹੇਵੀਅਰ ਦਾ ਵਹਾਅ ਆ, ਇਹ ਏਦਾਂ ਚੱਲੂਗਾ ਤੇ ਏਦਾਂ ਇਹਦਾ ਐਂਡ ਹੋਊਗਾ, ਤੇ ਸਾਡੀ ਮਾਂ ਜਾਂ ਸਾਡੇ ਪਿਓ ਨੇ 2 ਥੱਪੜ ਮਾਰਨੇ ਸੀ, ਹੁਣ ਉਹਨੇ ਚੁੱਪ ਕਰ ਜਾਣਾ ਸੀ, ਬਟ ਉਹ ਸੁਭਾਅ, ਉਹ ਅਗਰੈਸਿਵ ਬਿਹੇਵੀਅਰ ਐਜ਼ ਏ ਕੈਮੀਕਲ ਅੰਦਰ ਹੀ ਰਹਿਣਾ ਸੀ। ਬਿਲਕੁਲ ਬਿਲਕੁਲ। ਉਹ ਕਿਤੇ ਨਾ ਕਿਤੇ ਹੋਰ ਜਾ ਕੇ, ਜਾਂ ਉਹਦੀ ਪਰਸਨੈਲਿਟੀ ਦੀ ਡਿਵੈਲਪਮੈਂਟ ਨੂੰ ਸਟਾਪ ਕਰਨ ਦੇ ਵਿੱਚ ਕਿਤੇ ਉਸਨੇ ਆਪਣਾ ਰੋਲ ਪਲੇ ਕਰ ਦੇਣਾ ਸੀ, ਕਿਉਂਕਿ ਉਹ ਰਿਲੀਜ਼ ਨਹੀਂ ਹੋਇਆ ਨਾ ਐਗਰੈਸ਼ਨ ਅੰਦਰੋਂ। ਸੋ ਉਹ ਸਾਨੂੰ ਇਹ ਚੀਜ਼ਾਂ ਐਜੂਕੇਸ਼ਨ ਚ ਆਉਂਦੀਆਂ ਨੇ, ਇਹ ਚੀਜ਼ਾਂ ਸਿਖਾਉਣ ਚ ਹੀ ਆਉਂਦੀਆਂ ਨੇ, ਏਦਾਂ ਨਹੀਂ ਪਤਾ ਲੱਗਦੀਆਂ। ਹਾਂਜੀ, ਸੋ ਉਹ ਤਾਂ ਕਰਕੇ ਮੇਰਾ ਜਿਹੜਾ ਫੋਕਸ ਹੈਗਾ ਇੰਡੀਆ ਦੇ ਵਿੱਚ, ਜਿਹੜਾ ਮੈਂ ਉਮੀਦ ਨਾਂ ਦੀ ਸੰਸਥਾ ਜਿਹੜੀ ਮੈਂ ਸਟਾਰਟ ਕਰਕੇ, ਉਹਦੇ ਵਿੱਚ ਇਹੀ ਆ ਕਿ ਮੈਂ ਆਪਣੇ ਪਿੰਡ ਨੂੰ, ਸਿਰਫ ਮੈਂ ਆਪਣੇ ਪਿੰਡ ਨੂੰ ਇੰਟੈਲੈਕਚੁਅਲੀ ਇੰਨਾ ਸਟਰੋਂਗ ਕਰ ਦੇਵਾਂ ਕਿ ਉਹ ਬੱਚੇ ਜਿਹੜੇ ਅੱਜ ਤੋਂ 20 ਸਾਲਾਂ ਨੂੰ ਵੱਡੇ ਹੋਣਗੇ, ਚਾਹੇ ਉਹ ਦੁੱਖ ਦੀ ਘੜੀ 'ਚ, ਹੁਣ ਗੁਰੂ ਗੋਬਿੰਦ ਸਿੰਘ ਜੀ ਵਾਂਗੂ ਉਹ ਹੱਸਦੇ ਹੀ ਰਹਿਣ, ਮਤਲਬ ਉਹਨਾਂ ਦੇ ਚਿਹਰੇ ਤੇ ਉਦਾਸੀ ਨਾ ਹੋਵੇ। ਬਿਲਕੁਲ, ਕਿਉਂਕਿ ਐਟ ਦਾ ਐਂਡ ਤੁਸੀਂ ਏਸੀ 'ਚ ਬੈਠੇ ਹੋ, ਚਾਹੇ ਤੁਸੀਂ ਉਸ ਦੇ ਵਿੱਚ ਹਾਰਟ ਦੇ ਵਿੱਚ ਬੈਠੇ ਹੋ, 4 ਘੰਟੇ ਤੁਸੀਂ ਏਸੀ 'ਚ ਬੈਠੋ, ਤੁਹਾਨੂੰ ਨਾਰਮਲ ਲੱਗਣ ਲੱਗ ਜਾਂਦਾ। ਸੋ ਇਟਸ ਆਲ ਅਬਾਊਟ ਫਰੋਮ ਮਾਈਂਡ। ਤੁਹਾਡਾ ਮਾਈਂਡ ਉਹਦਾ ਸਟਰੋਂਗ ਹੋਣਾ ਚਾਹੀਦਾ, ਉਸ ਦੇ ਉੱਪਰ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਲੱਗੇ ਹੋਏ। ਬਹੁਤ ਵਧੀਆ। ਤੇ ਇੱਕ ਤੁਸੀਂ ਕਿਤਾਬਾਂ ਦਾ ਕਨਸੈਪਟ ਬਹੁਤ ਵਧੀਆ ਲਿਆ ਸੀਗਾ ਕਿ ਕਿਤਾਬਾਂ ਛਪਵਾ ਕੇ ਟੀਚਰਾਂ ਨੂੰ ਵੰਡੀਆਂ ਸੀ ਪਿੰਡਾਂ ਦੇ ਵਿੱਚ, ਤਾਂ ਕਿ ਟੀਚਰ ਪੜ੍ਹਾਉਣ ਵਾਲੇ ਹੋਣ। ਉਹਦਾ ਕੀ ਰਿਸਪੌਂਸ ਰਿਹਾ, ਉਹਦਾ ਕੀ ਅਸਰ ਪਿਆ? ਉਸ ਦਾ ਰਿਸਪੌਂਸ, ਲਾ ਆਫ ਅਟਰੈਕਸ਼ਨ, ਜਿੱਦਾਂ ਮੈਂ ਪਹਿਲਾਂ ਗੱਲ ਕਹੀ ਕਿ ਜੇ ਤੁਸੀਂ ਕਰੋਨਾ ਬਾਰੇ ਨਹੀਂ ਸੋਚੋਗੇ ਤਾਂ ਕਰੋੜ ਅਚੀਵ ਨਹੀਂ ਕਰੋਗੇ। ਮੈਂ ਆਪਣੀ ਜ਼ਿੰਦਗੀ 'ਚ ਇਹ ਚੀਜ਼ਾਂ ਇੰਪਲੀਮੈਂਟ ਕੀਤੀਆਂ। ਉਸ ਕਿਤਾਬ ਦਾ ਵੀ ਰਿਸ਼ੀ ਗੁਲਾਟੀ ਜੀ ਨੇ ਉਹ ਕਿਤਾਬ ਲਿਖੀ ਆ, ਉਸ ਕਿਤਾਬ ਦਾ ਪੂਰਾ ਮਕਸਦ ਹੀ ਇਹ ਸੀ, ਔਰ ਬਹੁਤ ਸਾਰਾ ਉਸ ਦਾ ਪੋਜ਼ਿਟਿਵ ਰਿਜ਼ਲਟ ਆ ਰਿਹਾ। ਕਿਉਂਕਿ ਜਦੋਂ ਤੁਸੀਂ ਕਿਸੇ ਟੀਚਰ ਨੂੰ ਚੇਂਜ ਕਰ ਦੋਗੇ, ਬਹੁਤ ਸਾਰੀਆਂ ਕਿਤਾਬਾਂ ਉਹ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਹੁੰਚਾ ਦਿੱਤੀਆਂ ਗਈਆਂ। ਜਦੋਂ ਤੁਸੀਂ ਕਿਸੇ ਟੀਚਰ ਨੂੰ ਚੇਂਜ ਕਰਤਾ ਤਾਂ ਮਤਲਬ ਤੁਸੀਂ ਉਸ ਦੇ ਨਾਲ ਜਿਹੜੇ ਜੁੜੇ ਹੋਏ 10 ਬੱਚੇ ਨੇ, 20 ਬੱਚੇ ਨੇ, 100 ਬੱਚੇ ਨੇ, ਉਹਨਾਂ ਨੂੰ ਚੇਂਜ ਕਰ ਦਿੱਤਾ। ਸੋ ਉਹ ਸਾਡਾ ਇੱਕ ਮਿਸ਼ਨ ਸੀਗਾ। ਰਿਸ਼ੀ ਗੁਲਾਟੀ ਜੀ ਇੰਨੇ ਸੈਂਸਿਟਿਵ ਉਹ ਨੇਗੇ ਲੇਖਕ ਨੇ ਕਿ ਤੁਸੀਂ ਜਿਸ ਡੈਪਥ ਤੱਕ ਉਹ ਕਿਸੇ ਸਬਜੈਕਟ ਨੂੰ ਸੋਚਦੇ ਨੇਗੇ, ਤੁਸੀਂ ਮਤਲਬ ਤੁਹਾਡੀ ਇਮੇਜਿਨੇਸ਼ਨ ਤੋਂ ਪਰੇ ਆਓ, ਔਰ ਉਸ ਨੂੰ ਰਾਈਟ ਨਾਓ ਉਹ ਸਬਜੈਕਟ ਤੇ ਜਿਹੜੇ ਤੇ ਲਿਖ ਰਹੇ, ਅਰਧ ਨਾਰੀ ਸਬਜੈਕਟ ਦੇ ਉੱਪਰ ਲਿਖ ਰਹੇ ਨੇ ਕਿ ਜਿਹੜੀ ਗੇ ਮੈਰਿਜ ਆ ਗਈ, ਕਿ ਉਹ ਮਾਈਂਡ ਕਿੱਦਾਂ ਡਿਵੈਲਪ ਹੁੰਦਾ ਗੇ ਮੈਰਿਜ ਦਾ, ਜਾਂ ਗੇ ਜਿਹੜੇ ਉਸ ਤਰ੍ਹਾਂ ਦੇ ਜਿਸ ਕਨਸੈਪਟ ਤੇ ਅਸੀਂ ਗੱਲ ਹੀ ਨਹੀਂ ਕਰਨਾ ਚਾਹੁੰਦੇ ਕਿ ਉਹਨਾਂ ਦੀ ਮਨੋਦਸ਼ਾ ਕੀ ਹੁੰਦੀ ਆ। ਐਜੂਕੇਸ਼ਨ ਬੱਚਿਆਂ 'ਚ ਇਹ ਚਾਹੀਦੀ ਜ਼ਰੂਰੀ। ਸਾਡੇ ਹੁਣ ਪਿੰਡਾਂ 'ਚ ਤਾਂ ਗੱਲ ਕਰਦੇ ਹੀ ਨਹੀਂ ਕਿਸੇ ਚੀਜ਼ ਤੇ। ਸੈਕਸ ਐਜੂਕੇਸ਼ਨ ਦਾ ਕਿਤੇ ਨਾਮ ਨਿਸ਼ਾਨ ਨਹੀਂ ਹੈਗਾ ਜੀ। ਸੋ ਉਹ ਸਬਜੈਕਟ ਕੁਛ ਏਦਾਂ ਦੇ ਨੇ ਜਿਨ੍ਹਾਂ ਦੇ ਉੱਪਰ ਉਹ ਵਰਕ ਕਰਦੇ ਨੇਗੇ, ਔਰ ਉਹ ਦੁਨੀਆ ਦੀ ਸੋਚ ਤੋਂ ਅਲੱਗ ਹੀ ਨੇਗੇ, ਉਸ ਲੈਵਲ ਤੱਕ ਤਹਿ ਤੱਕ ਜਾ ਕੇ ਸੋਚਦੇ ਨੇ। ਸੋ ਸਾਡਾ ਪੂਰਾ ਪ੍ਰੋਜੈਕਟ, ਪੂਰੀ ਟੀਮ ਦਾ ਇਹੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਅਸੀਂ, ਕਿਉਂਕਿ ਜਦੋਂ ਦੇਖੋ ਜੀ, ਜਿੱਦਾਂ ਕਰੋਨਾ ਆਇਆ ਦੁਨੀਆ ਦੇ ਵਿੱਚ, ਐਸੇ ਤਰੀਕੇ ਜਦੋਂ ਟੈਕਨੋਲੋਜੀ ਪਿੰਡਾਂ ਦੇ ਵਿੱਚ ਗਈ ਨਾ, ਉਹ ਟੈਕਨੋਲੋਜੀ ਦੇ ਨਾਲ ਸਨੀ ਲਿਓਨ ਵੀ ਗਈ ਆ, ਟੈਕਨੋਲੋਜੀ ਦੇ ਨਾਲ ਗੁਰੂ ਦੇਵਤੇ ਵੀ ਗਏ ਨੇ, ਸਭ ਕੁਝ ਗਿਆ। ਸੋ ਹੁਣ ਅਸੀਂ ਲੋਕਾਂ ਨੂੰ ਸਿਖਾਉਣਾਗਾ ਕਿ ਤੁਸੀਂ ਬਰਾਊਜ਼ਰ ਕੀ ਕਰਨਾ, ਤੁਸੀਂ ਦੇਖਣਾ ਕੀ ਆ।
ਇਹ ਚੀਜ਼ ਉਹ ਟ੍ਰੇਨਿੰਗ ਕਿਸੇ ਨੇ ਦਿੱਤੀ ਆਪਣੇ ਪਿੰਡ ਦੇ ਵਿੱਚ? ਨਹੀਂ ਦਿੱਤੀ, ਕਿਸੇ ਨੇ ਨਹੀਂ ਦਿੱਤੀ, ਕਿਉਂਕਿ ਉਸ ਲੈਵਲ ਤੱਕ ਅਸੀਂ ਕੰਮ ਹੀ ਨਹੀਂ ਕੀਤਾ। ਤਾਂ ਉਹ ਵਾਇਰਸ ਸਾਨੂੰ ਇੰਪੈਕਟ ਕਰ ਰਿਹਾ ਜੀ। ਜੀ ਬਹੁਤ ਮਿਹਰਬਾਨੀ, ਬਹੁਤ ਵਧੀਆ ਗੱਲਾਂ ਹੋਈਆਂ ਜੀ। ਦੁਬਾਰਾ ਫਿਰ ਤੁਹਾਨੂੰ ਕਸ ਦਿੰਦੇ ਰਵਾਂਗੇ ਗਾਹੇ ਵਗਾਹੇ। ਇੰਡੀਆ ਗਏ ਤਾਂ ਇੰਡੀਆ ਆਪਾਂ ਉੱਥੋਂ ਸਟੂਡੀਓ 'ਚ ਵੀ ਕਰ ਸਕਦੇ ਪ੍ਰੋਗਰਾਮ ਜਾ ਕੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਬੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਰੋਬੀ ਬੈਨੀਪਾਲ ਸਾਹਿਬ ਆਸਟ੍ਰੇਲੀਆ ਤੋਂ ਐਡੀਲੇਡ ਸ਼ਹਿਰ ਦੇ ਵਿੱਚੋਂ ਸਾਡੇ ਨਾਲ ਜੁੜੇ ਸੀਗੇ। ਅਕਸਰ ਜੁੜਦੇ ਰਹਿੰਦੇ ਨੇ, ਗੱਲਬਾਤ ਕਰਦੇ ਰਹਿੰਦੇ ਨੇ, ਤੇ ਸਾਡੇ ਦਰਸ਼ਕ ਗੱਲਾਂ ਪਸੰਦ ਵੀ ਕਰਦੇ ਨੇ ਇਹਨਾਂ ਦੀਆਂ। ਹੁਣ ਅੱਜ ਲਈ ਇੰਨਾ ਹੀ ਕਾਫੀ ਜੀ। ਕਿਸੇ ਵੀ ਗੱਲਬਾਤ ਲਈ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ WhatsApp ਨੰਬਰ ਮੇਰਾ ਸੈੱਲ ਨੰਬਰ 209-450-3362 ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।